ਤੁਸੀਂ ਦੇਖੋ ਇੱਕ ਟਾਈਮ ਸੀ ਜਦੋਂ 66 ਦੇ ਵਿੱਚ ਸਾਨੂੰ ਇੱਕ ਝੋਨਾ ਇੰਟਰੋਡਿਊਸ ਕੀਤਾ ਗਿਆ ਹੈ ਜੀ। ਉਦੋਂ ਸਾਡੀ ਜਿਹੜੀ 80% ਜਿਹੜੀ ਸਾਡੀ ਖੇਤੀ ਸੀ ਉਹ ਡਾਇਰੈਕਟਲੀ ਕਨਾਲ ਸਿਸਟਮ ਦੇ ਉੱਤੇ ਸੀਗੀ, ਨਹਿਰਾਂ ਦੇ ਉੱਤੇ ਸੀਗੀ ਜੀ। ਤੇ ਜਦੋਂ ਤੁਸੀਂ ਅੱਜ ਦੇਖਦੇ ਗਿਣ ਕੇ 2% ਵੀ ਦੁਆਬੇ ਜਿਹੜੀ ਖੇਤੀ ਉਹ ਨਹਿਰਾਂ ਤੋਂ ਨਹੀਂ ਹੋ ਰਹੀ ਨਹੀਂ। ਤੇ ਜਿਹੜਾ ਆਪਾਂ ਨਾ ਹੀ ਦੁਆਬਾ ਕਹਿ ਦਈਏ, ਜਿਹੜਾ ਦੋ ਦਰਿਆਵਾਂ ਦੇ ਵਿੱਚ ਇੱਕ ਏਰੀਆ ਹੋਵੇ, ਜੇ ਉੱਥੇ 2% ਆ ਤਾਂ ਸੋਚੋ ਪੂਰੇ ਪੰਜਾਬ ਦਾ ਕੀ ਹਾਲ ਹੋਵੇ। ਤੇ ਜੇ ਅਸੀਂ ਬੱਚਿਆਂ ਦੇ ਵਿੱਚ ਇਹ ਬੀਜ ਪਾ ਰਹੇ ਹਾਂ, ਬੀਜ ਪੈਦਾ ਕਰ ਰਹੇ ਹਾਂ ਹੁਣ, ਤੇ ਉਹ ਆਪ ਲੋਕ ਕਿੱਥੇ ਜਾਣਗੇ? ਬਿਲਕੁਲ। ਕਿ ਇੱਕ ਬੱਚਾ ਜਿਹੜਾ 10ਵੀਂ ਤੇ ਲੱਗੇ ਕਿ ਹਾਂ ਯਾਰ ਕਿਸਾਨ ਨਹੀਂ ਹੈਗੇ, ਇਹ ਤਾਂ ਆਪਣੇ ਕਹਿ ਲਓ ਕਿ ਦੰਗਾਕਾਰੀ। ਬਿਲਕੁਲ। ਕੀ ਇੱਕ ਉਹ ਕਦੀ ਐਗਰੀਕਲਚਰ ਯੂਨੀਵਰਸਿਟੀ 'ਚ ਐਡਮਿਸ਼ਨ ਲੈਣਗੇ? ਨਹੀਂ। ਕੀ ਉਹ ਕਦੀ ਸੋਚਣਗੇ ਇਹ ਐਗਰੀਕਲਚਰ ਸਾਇੰਟਿਸਟ ਬਣਨਾ ਹੈ? ਕੰਗਣਾ ਨੇ ਸਾਡੇ ਕਿਸਾਨਾਂ ਨੂੰ ਵੀ ਮੰਦਾ ਬੋਲਿਆ, ਸਾਡੀਆਂ ਬੀਬੀਆਂ ਨੂੰ ਵੀ ਮੰਦਾ ਬੋਲਿਆ। ਤੇ ਇੱਕ ਨਵਾਂ ਟਵੀਟ ਆਇਆ ਉਹਨਾਂ ਦਾ, ਉਹਦੇ ਵਿੱਚ ਕਹਿ ਰਹੀ ਹੈ ਕਿ ਜਿਹੜੇ ਮੇਰੇ ਪਿਤਾ ਜੀ ਸੀ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਤੇ ਮੈਂ ਇਸ ਗੱਲ ਦਾ ਵਿਰੋਧ ਕੀਤਾ ਤੇ ਮੈਂ ਸਕੂਲ ਜਣੋਂ ਹਟ ਗਈ ਤੇ ਉਸ ਤੇ ਗੁੱਸੇ ਹੁੰਦੇ ਹੋਏ ਮੇਰੇ ਤੇ ਥੱਪੜ ਮਾਰਿਆ ਤੇ ਮੈਂ ਆਪਣੇ ਪਿਤਾ ਜੀ ਦਾ ਹੱਥ ਫੜ ਲਿਆ ਤੇ ਮੈਂ ਕਿਹਾ ਕਿ ਜੇ ਤੁਸੀਂ ਮੇਰੇ ਥੱਪੜ ਮਾਰੋਗੇ ਤੇ ਮੈਂ ਉਲਟਾ ਤੁਹਾਡੇ ਥੱਪੜ ਮਾਰੂੰਗੀ। ਇਸ ਬਾਰੇ ਕੀ ਕਹਿਣਾ ਚਾਹੁੰਦੇ? ਇਸ ਬਾਰੇ ਤਾਂ ਜੀ ਮੈਂ ਤਾਂ ਉਹਦੇ ਸੰਸਕਾਰਾਂ ਦੀ ਹੀ ਗੱਲ ਕਰ ਸਕਦਾ ਕਿ ਉਹਨੂੰ ਕਿੰਨੇ ਕੁ ਸੰਸਕਾਰ ਹੋਣ। ਕਿ ਅੱਜ ਤੱਕ ਪੰਜਾਬ ਨੂੰ ਕਦੀ ਲੀਡਰ ਦੀ ਲੋੜ ਨਹੀਂ। ਬੇਸ਼ੱਕ ਉਹ ਅੱਜ ਆਪਾਂ ਕਹਿ ਲਈਏ ਇਹ ਸਨੀ ਦਿਓਲ ਹੋਣੀ ਹੋ ਜਾਣ ਜਾਂ ਕੋਈ ਬੀਜੇਪੀ ਦਾ ਲੀਡਰ ਹੋ ਜਾਵੇ ਜਾਂ ਕਿਸੇ ਵੀ ਪਾਰਟੀ ਦਾ ਲੀਡਰ ਹੋ ਜਾਵੇ, ਈਵਨ ਆ ਜਥੇਬੰਦੀਆਂ ਲੀਡਰ ਹੋ ਜਾਣ ਜਾਂ ਦੂਜੇ ਪਾਸੇ ਆਪਾਂ ਯੂਥ ਲੀਡਰਸ ਹੋ, ਪਰ ਇਹਨਾਂ ਸਾਰਿਆਂ ਨੂੰ ਪੰਜਾਬ ਦੀ ਲੋੜ। ਸੋ ਇਹ ਹੈ ਇਹਨਾਂ ਪੰਜਾਬ ਕਰਕੇ ਇਹ ਹੈਗੇ ਆ, ਇਹਨਾਂ ਕਰਕੇ ਅੱਜ ਬੱਚਾ ਜੇ ਕੋਈ ਪੰਜਾਬੀ ਬੋਲਦਾ ਹੈ ਤੇ ਉਹਨੂੰ ਇਸ ਕਰਕੇ ਉਹਦੇ ਕਈ ਵਾਰੀ ਪੇਰੈਂਟਸ ਟੋਕ ਦਿੰਦੇ ਕਿ ਯਾਰ ਇਹ ਨਾ ਗੱਲ ਲੈਂਗੁਏਜ ਸਿਵਲਾਈਜ਼ ਨਹੀਂ। ਜੇ ਉਹਨਾਂ ਨੇ ਆਪਣੀ ਮਾਂ ਬੋਲੀ ਸਿਵਲਾਈਜ਼ ਨਹੀਂ ਲੱਗਦੀ, ਇਹਦਾ ਕਾਰਨ ਕੀ ਹੈ ਕਿ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਮਾਨਸਿਕਤਾ ਉਹ ਗੁਲਾਮ ਜੀ। ਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਮਾਨਸਿਕਤਾ ਜਿਹੜੀ ਬਦਲਣੀ ਪੈਣੀ ਹੈ, ਆਪਣੀ ਜਿਹੜੀ ਮਾਈਂਡ ਸੈਟ ਚੇਂਜ ਕਰਨਾ। ਬਿਲਕੁਲ। ਤੇ ਬਾਕੀ ਚੀਜ਼ਾਂ ਦਾ ਸਭ ਤੋਂ ਵੱਡਾ ਇਹਦਾ ਮੈਂ ਜ਼ਿੰਮੇਵਾਰ ਸਾਡਾ ਐਜੂਕੇਸ਼ਨ ਸਿਸਟਮ। ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਦੇ ਫਾਈਨ ਲੱਗਦੇ, ਬਹੁਤ ਸ਼ਰਮ ਵਾਲੀ ਗੱਲ ਹੈ ਜੀ ਸਾਡੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਮੈਂ ਦਵਿੰਦਰ ਮੰਡ, ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਪੂਜਾ ਸੰਧੂ ਜੀ। ਕੀ ਹਾਲ ਚਾਲ ਪੂਜਾ ਜੀ? ਮੈਂ ਬਹੁਤ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਠੀਕ ਠਾਕ। ਤੇ ਦਵਿੰਦਰ ਜੀ, ਕਿਸਾਨ ਅੰਦੋਲਨ ਨੂੰ ਚੱਲਦੇ ਹੋਏ ਤਕਰੀਬਨ 3 ਮਹੀਨੇ ਹੋ ਚੱਲੇ ਨੇ ਤੇ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਮਿਲੀਆਂ ਨੇ। ਬਿਲਕੁਲ। ਵੱਖ-ਵੱਖ ਤਸਵੀਰਾਂ ਕਿਸਾਨਾਂ ਦੀਆਂ ਸਾਡੇ ਸਾਹਮਣੇ ਆਈਆਂ ਨੇ ਤੇ ਵੱਖ-ਵੱਖ ਨਾਮ ਦਿੱਤੇ ਗਏ ਨੇ ਕਿਸਾਨਾਂ ਨੂੰ। ਪਰ ਇਸ ਅੰਦੋਲਨ ਦੀ ਅਸਲ ਸੱਚਾਈ ਕੀ ਹੈ, ਇੱਕ ਕਿਸਾਨ ਤੋਂ ਵੱਧ ਸਾਨੂੰ ਹੋਰ ਕੌਣ ਦੱਸ ਸਕਦਾ ਹੈ? ਬਿਲਕੁਲ। ਤੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਵੀ ਇੱਕ ਕਿਸਾਨ ਮੌਜੂਦ ਨੇ। ਉਹ ਇਕੱਲੇ ਕਿਸਾਨ ਨਹੀਂ ਨੇ, ਸਮਾਜ ਸੇਵੀ ਵੀ ਨੇ। ਬਿਲਕੁਲ। ਤੇ ਉਹਨਾਂ ਦਾ ਨਾਮ ਹੈ ਜੀ ਜਸਪ੍ਰੀਤ ਸਿੰਘ ਦਈਆ। ਸਵਾਗਤ ਹੈ ਬਾਈ ਜੀ ਸਾਡੇ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਗੱਲ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਸਮਾਜ ਸੇਵਕ ਵੀ ਹੋ ਤੇ ਕਿਸਾਨ ਵੀ ਹੋ, ਪਰ ਜਿਹੜਾ ਸਮਾਜ ਸੇਵਕ ਤੁਸੀਂ ਇਹ ਸਮਾਜ ਸੇਵੀ ਕੰਮ ਕਰਦੇ ਹੋ, ਲੋਕਾਂ ਦੀ ਸੇਵਾ ਕਰਦੇ ਹੋ, ਇਹ ਜਿਹੜਾ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ? ਮੈਂ ਜੀ ਐਕਚੁਅਲੀ ਜਦੋਂ ਮੈਂ ਗ੍ਰੈਜੂਏਸ਼ਨ ਇੰਡੀਆ ਤੋਂ ਕੀਤੀ ਹੈ ਜੀ ਕਰਕੇ ਮੈਂ ਮਾਸਟਰਸ ਬਾਹਰ ਕਰਨ ਗਿਆ ਜੀ। ਤੇ ਮੈਂ ਬੇਸਿਕਲੀ ਉੱਥੇ ਗਿਆ ਤਾਂ ਸੀਗਾ ਐਕਸਪੋਜ਼ਰ ਲੈਣ ਕੀ ਫਰਕ ਆ ਸਾਡੇ ਦੇਸ਼ ਦਾ ਤਾਂ ਬਾਹਰ ਦਾ। ਜਦੋਂ ਮੈਂ ਮਾਸਟਰਸ ਕਰਕੇ ਵਾਪਸ ਆਇਆ ਤੇ ਮੈਂ ਦੇਖਿਆ ਕਿ ਸਾਨੂੰ ਜਿਹੜੀ ਗਵਰਨਮੈਂਟ ਚਲਾਉਣ ਦੇ ਲਈ ਨਾ 4 ਤੱਤਾਂ ਦੀ ਲੋੜ ਪੈਂਦੀ ਹੈ, ਜੋ ਪੋਲੀਟੀਕਲ ਸਾਇੰਸ ਪੜ੍ਹਾਇਆ ਵੀ ਜਾਂਦਾ, ਮੋਸਟਲੀ ਸਾਰੇ ਲੋਕ ਸਮਝਦੇ ਵੀ ਉਸ ਚੀਜ਼ ਨੂੰ। ਉਹ ਹੁੰਦੀ ਜੀ ਗਵਰਨਮੈਂਟ ਦੇ ਬਾਅਦ ਹੁੰਦੀ ਇੱਕ ਆਪੋਜੀਸ਼ਨ, ਤੀਸਰਾ ਹੁੰਦਾ ਜੀ ਇੱਕ ਨਿਊਸੈਂਸ ਗਰੁੱਪ, ਤੇ ਚੌਥੇ ਹੁੰਦੇ ਪ੍ਰੈਸ਼ਰ ਗਰੁੱਪ ਜਿਹੜੇ ਸੋਸ਼ਲ ਵਰਕਰ ਜਾਂ ਸੋਸਾਇਟੀ ਹੁੰਦੀ ਜੀ। ਮੈਂ ਦੇਖਿਆ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈਗੀ ਹੈ ਜੀ। ਜਿਹੜੇ ਸੋਸ਼ਲ ਵਰਕਰਸ ਹੈਗੇ ਆ ਉਹ ਐਂਡ 'ਚ ਕਿਤੇ ਨਾ ਕਿਤੇ ਆ ਕੇ ਮੋੜ ਲੈ ਲੈਂਦੇ ਪੋਲੀਟੀਕਲ ਸਿਸਟਮ ਨਾਲ, ਕਿਤੇ ਨਾ ਕਿਤੇ ਉਹ ਜੁੜੇ ਹੁੰਦੇ ਆ। ਬਿਲਕੁਲ। ਸੋ ਮੈਂ ਭਾਜੀ ਰਵੀ ਹੁਣਾਂ ਨਾਲ ਮਿਲਿਆ, ਜੁੜ ਮਿਲਣ ਦੇ ਬਾਅਦ ਮੈਨੂੰ ਲੱਗਿਆ ਕਿ ਹਾਂ ਯਾਰ ਕਿਉਂ ਨਾ ਕਿਤੇ ਉਹਨਾਂ ਤੋਂ ਮੈਨੂੰ ਕਾਫੀ ਮੈਂ ਇੰਸਪਾਇਰ ਹੋਇਆ ਸੀਗਾ। ਉਹਨਾਂ ਤੋਂ ਮੈਂ ਫਿਰ ਖਾਲਸਾ ਏਡ ਨਾਲ ਕਾਫੀ ਚਿਰ ਕੰਮ ਕੀਤਾ ਤੇ ਹੁਣ ਅਸੀਂ 2 ਸਾਲ ਦੇ ਵਿੱਚ ਅਸੀਂ ਦੇਖਿਆ ਕਿ ਜਿੱਦਾਂ ਪੰਜਾਬ 'ਚ ਪਾਣੀ ਦੇ ਉੱਤੇ ਬਹੁਤ ਵੱਡੀ ਇੱਕ ਚੈਲੰਜ ਆ ਜੋ ਅਸੀਂ ਫੇਸ ਕਰਦੇ ਪਏ ਹਾਂ। ਕਿਉਂਕਿ ਪਾਣੀਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ 80s ਦੇ ਵਿੱਚ ਹੀ ਯੂਨਾਈਟਿਡ ਨੇਸ਼ਨਸ ਨੇ ਦੱਸ ਦਿੱਤਾ ਸੀ ਕਿ ਪੰਜਾਬ ਦੇ ਜਿਹੜੇ ਪਾਣੀ ਦਾ ਲੈਵਲ ਉਹ ਖਤਮ ਹੋ ਜਾਣਾ ਹੈ ਜੀ। ਤੇ ਅਸੀਂ ਹੋਰ ਉਦੋਂ ਕਿਹਾ ਗਿਆ ਸੀਗਾ ਕਿ ਅਸੀਂ 40 ਕੁ ਸਾਲਾਂ ਦੇ ਵਿੱਚ ਇੱਕ ਰੇਗਿਸਤਾਨ ਬਣ ਜਾਣਾ ਹੈ। ਤੇ ਜਿਹੜੀ ਹੁਣ 2018 ਦੀ ਰਿਪੋਰਟ ਆਈ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਕਹਿਤਾ ਕਿ ਸਾਡੇ ਕੋਲ ਗਿਣ ਕੇ 20 ਤੋਂ 22 ਸਾਲ ਆ। ਤੇ ਉਹਨੂੰ ਦੇਖ ਕੇ ਅਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਤੇਜ਼ ਕਰ ਦਿੱਤਾ। ਇੱਕ ਆਪਣੀ ਅਸੀਂ ਦੋਸਤਾਂ ਨੇ, ਇੱਕ ਆਪਣੇ ਸਰਕਲ ਨੇ ਇੱਕ ਨਵੀਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ
ਸਬਰ ਦੇ ਨਾਂ ਦੇ ਉੱਤੇ, ਜੀ, ਜਿਹੜਾ ਸੀਗਾ ਕਿ ਸਤਲੁਜ, ਬਿਆਸ ਜਾਂ ਰਾਵੀ, ਇਹਨਾਂ ਉੱਤੇ ਸ਼ੁਰੂ ਕੀਤਾ, ਪਾਣੀਆਂ ਦੇ ਲਈ ਸ਼ੁਰੂ ਕੀਤਾ। ਤੇ ਇੱਕ ਕਹਿ ਲਓ ਕਿ ਇੱਕ ਘਾਟ ਮਹਿਸੂਸ ਕੀਤੀ ਤੇ ਅਸੀਂ ਇੱਧਰ ਨੂੰ ਮੈਂ ਤੁਰਿਆ, ਮੇਰਾ ਜੀ, ਜਿਹੜਾ ਆਹ ਕਾਰਨ ਸੀ ਜੀ ਆਉਣ ਦਾ। ਜੀ, ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਤੇ ਹੁਣ ਆਪਾਂ ਕਿਸਾਨੀ ਵੱਲ ਵੱਧਦੇ ਹਾਂ। ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਦਾ ਝੋਨਾ ਆਇਆ, ਝੋਨੇ ਦੀ ਫਸਲ ਜਿਹੜੀ ਹੈ ਉਹ ਸਾਡੇ ਪੰਜਾਬ ਦੀ ਨਹੀਂ ਹੈ ਜੀ, ਪਰ ਜਦੋਂ ਦਾ ਝੋਨਾ ਬੀਜਣਾ ਸ਼ੁਰੂ ਕੀਤਾ ਹੈ ਤੇ ਉਸ ਤੋਂ ਬਾਅਦ ਪਾਣੀ ਦੀ ਕਿੱਲਤ ਵੱਧ ਗਈ ਹੈ, ਪਾਣੀ ਦਾ ਜਿਹੜਾ ਲੈਵਲ ਹੈ ਉਹ ਘਟ ਗਿਆ ਹੈ। ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ? ਦੇਖੋ, ਜਿਹੜੀ ਤਾਂ ਗਵਰਨਮੈਂਟ ਦੀਆਂ ਰਿਪੋਰਟਸ ਇਹੀ ਬੋਲਦੀਆਂ ਕਿ ਜ਼ਿਆਦਾਤਰ ਆਪਾਂ ਝੋਨੇ ਕਰਕੇ ਹੈਗਾ, ਪਰ ਜੇ ਆਪਾਂ ਓਵਰਆਲ ਦੇਖਿਆ ਜਾਵੇ ਕਿ ਜਿੰਨੀਆਂ ਵੀ ਪਾਲਿਸੀਜ਼ ਇਸ ਲਈ ਬਣਾਈਆਂ ਗਈਆਂ ਗਵਰਨਮੈਂਟ ਤੋਂ ਇੰਪਲੀਮੈਂਟ ਨਹੀਂ ਹੁੰਦੇ, ਨਾ ਰੂਰਲ ਸੈਕਟਰ 'ਚ ਹੋ ਰਹੀਆਂ ਤੇ ਨਾ ਅਰਬਨ 'ਚ ਹੋ ਰਹੀਆਂ ਜੀ। ਤੁਸੀਂ ਦੇਖੋ, ਇੱਕ ਟਾਈਮ ਸੀ ਜਦੋਂ 66 ਦੇ ਵਿੱਚ ਸਾਨੂੰ ਇੱਕ ਝੋਨਾ ਇੰਟਰੋਡਿਊਸ ਕੀਤਾ ਗਿਆ ਆ ਜੀ, ਉਦੋਂ ਸਾਡੀ ਜਿਹੜੀ 80% ਜਿਹੜੀ ਸਾਡੀ ਖੇਤੀ ਸੀ ਉਹ ਡਾਇਰੈਕਟਲੀ ਕਨਾਲ ਸਿਸਟਮ ਦੇ ਉੱਤੇ ਸੀਗੀ, ਨਹਿਰਾਂ ਦੇ ਉੱਤੇ ਸੀਗੀ ਜੀ। ਤੇ ਜਦੋਂ ਤੁਸੀਂ ਅੱਜ ਦੇਖਦੇ ਗਿਣ ਕੇ 2% ਵੀ ਦੁਆਬੇ ਜਿਹੜੀ ਖੇਤੀ ਉਹ ਨਹਿਰਾਂ 'ਚੋਂ ਨਹੀਂ ਹੋ ਰਹੀ। ਤੇ ਜਿਹੜਾ ਆਪਾਂ ਨਾ ਹੀ ਦੁਆਬਾ ਕਹਿ ਦਈਏ, ਜਿਹੜਾ ਦੋ ਦਰਿਆਵਾਂ ਦੇ ਵਿੱਚ ਇੱਕ ਏਰੀਆ ਹੋਵੇ, ਜੇ ਉੱਥੇ 2% ਆ ਤਾਂ ਸੋਚੋ ਪੂਰੇ ਪੰਜਾਬ ਦਾ ਕੀ ਹਾਲ ਹੋਊਗਾ। ਸੋ ਇਸ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਕਿ ਜਿਹੜੀ ਸਾਡਾ ਇਰੀਗੇਸ਼ਨ ਸਿਸਟਮ ਜਾਂ ਜਿਹੜਾ ਕੈਨਾਲ ਸਿਸਟਮ ਆ ਉਹਨੂੰ ਨਾ ਮੇਨਟੇਨ ਕਰਨਾ ਸਭ ਤੋਂ ਵੱਡਾ ਨੁਕਸਾਨ ਹੋਇਆ ਸਾਡੇ ਪੰਜਾਬ ਨੂੰ ਜੀ। ਕਿਉਂਕਿ ਦੇਖੋ, ਜ਼ਮੀਨ ਉਨੀ ਆ, ਜ਼ਮੀਨ ਸਗੋਂ ਐਗਰੀਗੇਬਲ ਜਿਹੜੀ ਲੈਂਡ ਉਹ ਘਟੀ ਆ, ਉਹ ਵਧੀ ਨਹੀਂ ਹੈਗੀ ਉਹਦੀ। ਉਹ ਘਟਣ ਦੇ ਕਾਰਨ ਜਦੋਂ ਆਪਾਂ ਦੇਖੀਏ ਕਿ ਝੋਨਾ ਉਨਾ ਹੀ ਲੱਗ ਰਿਹਾ, ਝੋਨਾ ਇਹ ਨਹੀਂ ਕਿ ਝੋਨੇ ਦਾ ਏਰੀਆ ਵਧ ਗਿਆ ਹੈ ਜੀ, ਝੋਨੇ ਦੀ ਪ੍ਰੋਡਕਸ਼ਨ ਵਧੀ ਹੈਗੀ ਆ, ਪਰ ਪਾਣੀ ਵੀ ਉਨਾ ਹੀ ਲੱਗਦਾ ਆ। ਪਰ ਪਾਣੀ ਸਾਨੂੰ ਨਹਿਰਾਂ ਦੇ ਨਾਲੋਂ ਨਹੀਂ ਮਿਲਦਾ ਤੇ ਅਸੀਂ ਟਿਊਬਵੈਲ ਜਿਹੜੇ ਕੱਢਦੇ ਪਏ ਆ, ਆਪਾਂ ਥੱਲੇੋਂ ਪਾਣੀ ਕੱਢਦੇ ਪਏ ਆ। ਜਿਹੜੀ ਇੱਕ 16 ਜਾਂ 17 ਚ ਰਿਪੋਰਟ ਆਈ ਸੀ ਕਿ ਪੰਜਾਬ ਦੇ ਵਿੱਚ 15 ਲੱਖ ਟਿਊਬਵੈਲ ਆ ਜਿਹੜੇ ਡੇਲੀ ਪਾਣੀ ਕੱਢਦੇ ਪਏ ਆ। ਤੇ ਜੇ ਆਪਾਂ ਝੋਨੇ ਦੀ ਗੱਲ ਕਰੀਏ, ਬਿਲਕੁਲ ਜੀ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ 1 ਕਿਲੋ ਆਪਾਂ ਜਦੋਂ ਝੋਨਾ ਜਾਨੀ ਕਹਿ ਲਓ ਕਿ ਚੌਲ ਪੈਦਾ ਕਰਦੇ ਆ, ਉਹ ਲਈ 3000 ਲੀਟਰ ਪਾਣੀ ਲੱਗਦਾ ਹੈ ਜੀ। ਪਰ ਇਹ ਇੰਟਰੋਡਕਸ਼ਨ, ਪਹਿਲੀ ਗੱਲ ਤਾਂ ਇਸ ਚੀਜ਼ ਨੂੰ ਇੰਟਰੋਡਿਊਸ ਕਰਨਾ ਸਰਕਾਰ ਵੱਲੋਂ ਕਿੰਨਾ ਕਿ ਇੱਕ ਵਧੀਆ ਪੋਜ਼ਿਟਿਵ ਜਾਂ ਇੱਕ ਵਧੀਆ ਸਟੈਪ ਸੀਗਾ, ਕਿਉਂਕਿ ਉਦੋਂ ਉਹਨਾਂ ਨੂੰ ਲੋੜ ਸੀ। ਉਹਨਾਂ ਨੇ ਉਦੋਂ ਕੀ ਸੀਗਾ, ਉਦੋਂ ਸੋਕੇ ਪੈਂਦੇ ਸੀ, ਫੂਡ ਬਾਉਲ ਨੂੰ ਭਰਨਾ ਸੀਗਾ ਜੀ। ਉਹਨਾਂ ਨੇ ਸਾਨੂੰ ਦੱਸ ਦਿੱਤਾ ਕਿ ਆਹ ਚੀਜ਼ ਤੁਸੀਂ ਇੰਟਰੋਡਿਊਸ ਕੀਤੀ ਜਾਵੇ। ਫਿਰ ਇੱਕ ਬਹੁਤ ਵੱਡਾ ਇਸ਼ੂ ਹੁੰਦਾ ਜੀ ਅੱਜ ਕੱਲ੍ਹ ਕਿ ਜਿਹੜੇ ਕਿਸਾਨ ਆ ਉਹ ਯੂਰੀਆ ਪਾਉਂਦੇ ਜਾਂ ਖਾਦਾਂ ਪਾ ਰਹੇ ਆ ਜਾਂ ਜ਼ਹਿਰ ਮਿਲਾ ਰਹੇ ਆ ਜੀ। ਹੁਣ ਜਿਹੜੀਆਂ ਜ਼ਹਿਰ ਜਾਂ ਖਾਦ ਆ ਉਹ ਵੀ ਸਾਨੂੰ ਇੰਟਰੋਡਿਊਸ ਕਿਹਨੇ ਕੀਤੀ? ਉਹ ਸਰਕਾਰ ਨੇ ਕੀਤੀ ਜੀ। ਕੋਈ ਕਿਸਾਨ ਨੇ ਬਾਹਰੋਂ ਇੰਪੋਰਟ ਤਾਂ ਕੀਤੀ ਨਹੀਂ ਸੀਗੀ। ਕਹਿਣ ਦਾ ਮਤਲਬ ਕਿ ਐਂਡ ਦੇ ਵਿੱਚ ਕੀ ਆਉਂਦਾ ਹੈ, ਜੇ ਗਲਤੀਆਂ ਆਪਣੀਆਂ ਆਰਗੇਨਾਈਜੇਸ਼ਨ ਦੀਆਂ ਜਿਹੜੀਆਂ ਪਾਲਤੀਆਂ ਜਾਂਦੀਆਂ ਕਿ ਇੱਕ ਜਿਹੜੀ ਫਾਰਮਿੰਗ ਆਰਗੇਨਾਈਜੇਸ਼ਨ ਜਾਂ ਜਿਹੜੀ ਕਹਿ ਲਓ ਕਿ ਸਾਰੀ ਐਸੋਸੀਏਸ਼ਨ ਹੈਗੀ ਆ, ਉਹਦੀ ਗਲਤੀ ਆ, ਗਵਰਨਮੈਂਟ ਦੀ ਗਲਤੀ ਨਹੀਂ ਹੈਗੀ ਜੀ। ਜੇ ਗਵਰਨਮੈਂਟ ਨੇ ਤੁਹਾਨੂੰ ਪਾਣੀ ਦੇ ਲਈ ਲੈ ਕੇ ਆਂਦਾ, ਤੁਹਾਨੂੰ ਦੱਸਿਆ ਹੈ ਕਿ ਠੀਕ ਆ ਜੀ ਤੁਸੀਂ ਇੱਥੇ ਝੋਨਾ ਲਾ ਲਓ, ਪਰ ਕੀ ਤੁਹਾਨੂੰ ਇਹ ਦੱਸਿਆ ਕਿ ਇਹਦਾ ਫਿਊਚਰ ਕੀ ਹੈਗਾ? ਅੱਜ ਸਾਨੂੰ ਇੰਨੇ ਸਾਲਾਂ ਬਾਅਦ ਕਹਿ ਰਹੇ ਆ ਜੀ ਇੱਥੇ ਤੁਸੀਂ ਗਲਤ ਕਰ ਰਹੇ ਆ, ਤਾਂ ਪੰਜਾਬ ਦੀ ਕ੍ਰੌਪ ਹੀ ਨਹੀਂ ਹੈਗੀ ਜੀ। ਉਦੋਂ ਇੰਟਰੋਡਿਊਸ ਕਿਉਂ ਕੀਤੀ ਸੀ? ਤੇ ਉਹਦੇ ਬਾਅਦ ਆਪਾਂ ਅਰਬਨ ਏਰੀਆਜ਼ ਦੀ ਗੱਲ ਕਰੀਏ, ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਜਿਹੜਾ ਵਾਟਰ ਹਾਰਵੈਸਟਿੰਗ ਪਲਾਂਟ ਆ ਜੀ, ਹਰੇਕ ਕਮਰਸ਼ੀਅਲ ਬਿਲਡਿੰਗ 'ਚ ਲਾਉਣਾ ਜ਼ਰੂਰੀ ਆ, ਉਹਦੇ ਬਗੈਰ ਨਕਸ਼ਾ ਨਹੀਂ ਪਾਸ ਹੁੰਦਾ। ਪੰਜਾਬ 'ਚ ਕਿੰਨੇ % ਬਿਲਡਿੰਗਸ ਆ ਜਿਨ੍ਹਾਂ 'ਚ ਹਾਰਵੈਸਟਿੰਗ ਪਲਾਂਟਸ ਲੱਗੇ ਹੋਣਗੇ ਜੀ? ਬਿਨਾਂ ਉੱਦਾਂ ਹੀ ਪਾਸ ਹੋ ਰਹੇ, ਕੋਈ ਪੁੱਛਦਾ ਨਹੀਂ ਪਿਆ। ਜਲੰਧਰ 'ਚ ਵਾਟਰ ਟਰੀਟਮੈਂਟ ਪਲਾਂਟ ਬਣਿਆ, ਇੱਕ ਕਾਨੂੰਨ ਹੈ ਕਿ ਜਿੰਨਾ ਵੀ ਤੁਸੀਂ ਪਾਣੀ ਕੰਸਟਰਕਸ਼ਨ ਲਈ ਵਰਤਣਾ ਆ ਜੀ, ਉਹ ਪਾਣੀ ਤੁਸੀਂ ਉੱਥੋਂ ਵਾਟਰ ਟਰੀਟਮੈਂਟ ਪਲਾਂਟ ਤੋਂ ਲੈ ਕੇ ਆਓਗੇ, ਤੁਸੀਂ ਥੱਲਿਓਂ ਪਾਣੀ ਕੱਢ ਕੇ ਨਹੀਂ ਯੂਜ਼ ਕਰ ਰਹੇ। ਉੱਥੇ 500 ਜਾਂ ਜੋ ਵੀ ਰੇਟ ਹੋਊਗਾ ਸਰਕਾਰ ਦਾ, ਉੱਥੋਂ ਜਾਓ ਆਪਣਾ ਟੈਂਕਰ ਭਰਾ ਕੇ ਆਪਣੀ ਕੰਸਟਰਕਸ਼ਨ ਲਈ ਵਰਤੋ। ਕਿੰਨੇ % ਲੋਕ ਨੇ ਜਿਨ੍ਹਾਂ ਨੇ, ਤੁਸੀਂ ਮੈਨੂੰ ਦੱਸੋ, ਜਿਹੜੇ ਉੱਥੋਂ ਲੈ ਕੇ ਆਉਂਦੇ ਹੋਣਗੇ? ਹਰੇਕ ਦੇ ਉੱਥੇ ਆਪਣੇ ਪਾਣੀ ਥੱਲਿਓਂ ਕੱਢੇ ਜਾ ਰਹੇ ਆ, ਫਰੈਸ਼ ਵਾਟਰ ਦੇ ਨਾਲ ਤੁਸੀਂ ਕੰਸਟਰਕਸ਼ਨ ਕਰ ਰਹੇ ਆ। ਸੋ ਇਹ ਸਾਰੀਆਂ ਦੇਖਿਆ ਜਾਵੇ ਕਿ ਇੱਕ ਪੂਰਾ ਇੱਕ ਮੈਕੈਨਿਜ਼ਮ ਹੀ ਜਿਹੜਾ ਹੈ ਇੱਕ ਕਰਪਟ ਹੋਇਆ ਜਾਂ ਫੇਲ ਕਹਿ ਲਈਏ। ਇਹ 'ਚ ਇਕੱਲੇ ਕਿਸਾਨ ਦਾ ਕਸੂਰ ਨਹੀਂ ਹੈਗਾ, ਇਹਦਾ ਆਪਾਂ ਕਹਿ ਦਿੰਦੇ ਹਾਂ ਜੀ। ਤੇ ਕੀ ਲੱਗਦਾ ਹੈ ਤੁਹਾਨੂੰ ਕਿ ਸਰਕਾਰ ਨੂੰ ਹੋਰ ਕਿਹੜੇ ਉਪਰਾਲੇ ਕਰਨੇ ਚਾਹੀਦੇ ਨੇ ਪਾਣੀ ਦੀ ਖਪਤ ਨੂੰ ਬਚਾਉਣ ਕਰਕੇ? ਕਿਉਂਕਿ ਜੇਕਰ ਹੁਣ ਭਵਿੱਖ ਦੇਖਿਆ ਜਾਵੇ, ਬਠਿੰਡੇ ਵਾਲੀ ਸਾਈਡ ਤੇ ਦੇਖਿਆ ਜਾਵੇ, ਜ਼ਿਆਦਾ ਕੈਂਸਰ ਵੱਧ ਰਿਹਾ ਹੈ ਉੱਧਰ, ਤੇ ਪਾਣੀ ਦੀ ਖਰਾਬੀ ਕਰਕੇ ਇਹ ਜਿਹੜੀ ਬਿਮਾਰੀ ਹੈ ਲੱਗ ਰਹੀ ਹੈ ਜ਼ਿਆਦਾਤਰ। ਪਰ ਕੀ ਉਪਰਾਲੇ ਕਰਨੇ ਚਾਹੀਦੇ ਨੇ ਸਰਕਾਰ ਨੂੰ, ਤੇ ਕੀ ਕਾਰਨ ਨੇ ਹਜੇ ਤੱਕ ਸਰਕਾਰ ਇਸ ਵੱਲ ਰੁਖ ਨਹੀਂ ਕਰ ਰਹੀ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਕਿਸਮਤ ਵਾਲੇ ਹਾਂ ਜੀ। ਸਾਡੇ 90 ਦਿਨ ਬਰਸਾਤ ਹੁੰਦੀ ਹੈ, ਅਸੀਂ ਉਸ ਪਾਣੀ ਨੂੰ ਹੀ ਰਿਟੇਨ ਕਰ ਲਈਏ ਨਾ ਜੀ। ਸਾਡਾ ਅੱਜ ਜੇ ਆਪਾਂ ਪੂਰੇ, ਪਹਿਲੀ ਗੱਲ ਤਾਂ ਪੋਸੀਬਲ ਤਾਂ ਬਹੁਤ ਪੋਸੀਬਲ ਨਹੀਂ ਹੈਗਾ। ਜੇ ਪੂਰਾ ਪੰਜਾਬ ਵੀ ਪਾਣੀ ਨੂੰ ਹਾਰਵੈਸਟ ਕਰਨਾ ਸ਼ੁਰੂ ਕਰ ਦੇਵੇ ਤਾਂ ਸਾਨੂੰ 40 ਤੋਂ 50 ਸਾਲ ਲੱਗਣੇ ਹੀ ਆਪਣਾ ਗਰਾਊਂਡ ਵਾਟਰ ਲੈਵਲ ਨੂੰ ਉੱਪਰ ਲੈ ਕੇ ਆਉਣ ਲਈ। ਸਭ ਤੋਂ ਪਹਿਲਾਂ ਸਰਕਾਰ ਦੇਖੋ ਆਪਣੀ ਕੈਨਾਲ ਸਿਸਟਮ ਨੂੰ ਸਾਫ਼ ਕਰੇ ਜੀ। ਤੁਸੀਂ ਆਹ ਦੁਆਬਾ, ਆਦਮਪੁਰ ਦੁਆਬਾ ਜਾਓ, ਜਿਹੜੀ ਬਿਸਤ ਦੁਆਬ ਨਹਿਰ ਆ, ਤੁਹਾਨੂੰ ਤੇ ਸੂਰ ਤੁਰੇ ਫਿਰਦੇ ਦੇਖਣਗੇ, ਤੁਹਾਨੂੰ ਉੱਥੇ ਤੁਹਾਨੂੰ ਇੱਕ ਤੁਪਕਾ ਪਾਣੀ ਰਿਲੀਜ਼ ਨਹੀਂ ਕੀਤਾ ਜਾਂਦਾ। ਬਿਲਕੁਲ। ਤੁਹਾਡੇ ਜਿਹੜੇ ਦਰਿਆ ਆ ਉਹਨਾਂ ਨੂੰ ਤੁਸੀਂ ਕੱਚੇ ਛੱਡਿਆ ਹੋਇਆ ਹੈ, ਨਹਿਰਾਂ ਤੁਸੀਂ ਪੱਕੀਆਂ ਕੀਤੀਆਂ ਹੋਈਆਂ ਜੀ। ਤੀਸਰਾ, ਤੁਸੀਂ ਜਦੋਂ ਅੱਗੇ ਦੇਖਦੇ ਆ, ਇਹਨਾਂ ਨੂੰ ਗਵਰਨਮੈਂਟ ਨੂੰ ਸਭ ਤੋਂ ਵੱਡੀਆਂ ਇੱਕ ਇੱਦਾਂ ਦੀਆਂ ਪਾਲਿਸੀਜ਼ ਲੈ ਕੇ ਆਉਣੀ ਚਾਹੀਦੀ ਕਿ ਕਿਉਂਕਿ ਆਲਰੇਡੀ ਹੈਗੀਆਂ, ਇਹ ਨਹੀਂ ਹੈਗੀਆਂ ਕਿ ਸਾਡੇ ਸਿਸਟਮ 'ਚ ਨਹੀਂ ਹੈਗੀਆਂ।
ਉਹ ਆਲਰੇਡੀ ਉੱਥੇ ਹੈਗੀਆਂ, ਤੁਸੀਂ ਬਸ ਉਹਨੂੰ ਇੰਪਲੀਮੈਂਟ ਕਰਵਾਉਣਾ ਹੈ। ਤੇ ਪਾਣੀ ਦਾ ਲੈਵਲ ਤਾਂ ਆਪਣੇ ਆਪ ਹੀ ਉੱਪਰ ਚਲੇ ਜਾਊਗਾ ਜੀ, ਬਟ ਨੂੰ ਟਾਈਮ ਲੱਗੂਗਾ। ਸਾਨੂੰ ਆਪ ਵੀ ਸਿਆਣੇ ਹੋਣਾ ਪੈਣਾ ਹੈ। ਅਸੀਂ ਇਹ ਚੀਜ਼ ਨੂੰ ਅੱਖਾਂ ਬੰਦ ਕਰਕੇ ਇਗਨੋਰ ਨਹੀਂ ਕਰ ਸਕਦੇ ਜੀ। ਬਿਲਕੁਲ ਗਵਰਨਮੈਂਟ ਦੇ ਨਾਲ ਸਾਨੂੰ ਐਜ਼ ਅ ਸਿਟੀਜ਼ਨ ਉਹਦੀ ਪ੍ਰੋਪਰ ਉਹਨੂੰ ਨਾਲ ਰੱਖਣਾ ਪੈਣਾ ਜੀ। ਬਿਲਕੁਲ ਬਿਲਕੁਲ। ਬਾਈ ਜੀ, ਤੁਸੀਂ ਜਿੱਦਾਂ ਹੁਣ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਪਏ ਹਾਂ, ਤੁਸੀਂ ਦਿੱਲੀ ਵੀ ਜਾਂਦੇ ਰਹਿੰਦੇ ਹੋ ਤੇ ਪੰਜਾਬ ਦੇ ਵਿੱਚ ਵੀ ਤੁਸੀਂ ਪੂਰਾ ਯੋਗਦਾਨ ਦੇ ਰਹੇ ਹੋ। ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਕਿ ਰੋਜ਼ ਸ਼ਾਮ ਨੂੰ ਮਾਡਲ ਟਾਊਨ ਤੁਸੀਂ ਉੱਥੇ ਪੁੱਜੇ ਹੁੰਦੇ ਹੋ। ਦਿੱਲੀ ਵਿੱਚ ਕਿਹੋ ਜਿਹੇ ਹਾਲਾਤ ਨੇ ਔਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਕਿਹੋ ਜਿਹੇ ਕੰਮ ਕਰ ਰਹੇ ਨੇ, ਕਿਹੋ ਜਿਹੀਆਂ ਰੈਲੀਆਂ ਵੀ ਕੱਢ ਰਹੇ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਜੇ ਦਿੱਲੀ ਦੇ ਹਾਲਾਤ ਹੀ ਦੱਸ ਦਿੰਦਾ, 3 ਬਾਰਡਰਸ ਨੇ ਜੀ। ਜਿਹੜਾ ਮੇਰਾ ਪਰਸਨਲੀ ਉੱਥੇ ਵਿਜ਼ਿਟ ਕੀਤੇ ਅਸੀਂ ਐਕਸਪੀਰੀਅੰਸ ਹੈਗਾ ਕਿ 3 ਬਾਰਡਰਾਂ 'ਚ ਇੱਕ ਫਰਕ ਆ ਕਿ ਜਿਹੜਾ ਤਾਂ ਆਪਣਾ ਸ਼ਿੰਗੂ ਬਾਰਡਰ ਉਹ ਤਾਂ ਇੱਕ ਮੇਲਾ ਲੱਗਾ ਹੋਇਆ ਜੀ। ਉੱਥੇ ਦਿਖਾਇਆ ਜਾ ਰਿਹਾ ਜੀ, ਉੱਥੇ ਦੇਸੀ ਘਿਓ ਦੇ ਲੰਗਰ ਲੱਗੇ ਹੋਏ ਆ, ਉੱਥੇ ਤੁਹਾਨੂੰ ਜਲੇਬੀਆਂ ਮਿਲ ਰਹੀਆਂ ਆ, ਜਾਂ ਉੱਥੇ ਸ਼ਾਮੀ ਭੰਗੜੇ ਪਏ ਜਾਂਦੇ ਆ। ਉਹ ਵੀ ਇੱਕ ਪੰਜਾਬ ਦਾ ਇੱਕ ਕਰੈਕਟਰ ਹੈਗਾ ਜਾਂ ਇੱਕ ਮਾਹੌਲ ਹੈਗਾ। ਬਿਲਕੁਲ। ਪਰ ਜਦੋਂ ਤੁਸੀਂ ਸਟੇਜ ਤੇ ਜਾਂਦੇ ਆ ਤਾਂ ਤੁਸੀਂ ਉੱਥੇ 5-4 ਘੰਟੇ ਲਾਉਨੇ ਆ, ਤੁਸੀਂ ਮੋਟੀਵੇਟ ਵੀ ਹੁੰਦੇ। ਉਸੇ ਤਰੀਕੇ ਜਦੋਂ ਤੁਸੀਂ ਚੱਲ ਜਾਂਦੇ ਟਿਕਰੀ ਦੇ ਵਿੱਚ ਚਲੇ ਜਾਂਦੇ ਆ, ਉੱਥੇ ਤੁਹਾਨੂੰ ਫੀਲ ਹੁੰਦਾ ਕਿ ਇੱਕ ਸੱਥ ਲੱਗੀ ਆ, ਇੱਕ ਪ੍ਰਧਾਨ ਬੋਲਦਾ ਪਿਆ ਆ, ਉੱਥੇ ਸਲਾਹ ਮਸ਼ਵਰੇ ਹੋ ਰਹੇ ਨੇ। ਬਿਲਕੁਲ। ਉਹ ਇੱਕ ਸੱਥ ਦਾ ਮਾਹੌਲ ਦਿੰਦਾ ਐਂਡ ਤੁਹਾਨੂੰ ਉੱਥੇ ਇੱਕ ਰੋਸ ਫੀਲ ਹੁੰਦਾ ਆ। ਤੇ ਜਦੋਂ ਤੁਸੀਂ ਤੀਸਰੇ ਪਾਸੇ ਚਲੇ ਜਾਂਦੇ ਆ, ਆਪਣੇ ਆ ਜਾਂਦੇ ਆ ਗਾਜ਼ੀਪੁਰ ਬਾਰਡਰ ਦੇ ਵਿੱਚ ਚਲੇ ਜਾਂਦੇ ਆ, ਉਹ ਇੱਕ ਪੰਚਾਇਤ ਹੈ ਜੀ। ਉਹ ਇੱਕ ਪੰਚਾਇਤ ਦੀ ਤਰ੍ਹਾਂ ਕੰਮ ਕਰ ਰਹੇ ਨੇ ਜੀ। ਉੱਥੇ ਪ੍ਰੋਪਰ ਜੋ ਵੀ ਉਹਨਾਂ ਦੇ ਜਦੋਂ ਵੀ ਤੁਸੀਂ ਦੇਖਿਆ ਹੋਣਾ, ਟਕੈਤ ਨੂੰ ਕੁਝ ਵੀ ਪੁੱਛਿਆ ਜਾਂਦਾ ਆ, ਉਹ ਅੱਗੇ ਉਹਨਾਂ ਦਾ ਜਵਾਬ ਇਹ ਹੁੰਦਾ ਕਿ ਮੈਂ ਉਹਨਾਂ ਲੀਡਰਾਂ ਦੇ ਮਗਰ ਆ। ਉਹਨਾਂ ਦਾ ਕਦੀ ਬਿਆਨ ਹੁੰਦਾ ਕਿ ਦੇਖੋ ਮੈਦਾਨ ਦੇ ਵਿੱਚ ਘੋੜੇ ਨਹੀਂ ਬਦਲੇ ਜਾਂਦੇ, ਲੀਡਰ ਉਹੀ ਰਹਿਣਗੇ। ਉਹ ਇੱਕ ਪੰਚਾਇਤ ਦਾ ਜੋ ਇੱਕ ਕਹਿ ਲਓ ਕਿ ਇੱਕ ਪੰਚਾਇਤ ਹਮੇਸ਼ਾ ਇੱਕ ਕਨਸਟੀਟਿਊਸ਼ਨ ਦੇ ਅੰਡਰ ਕੰਮ ਕਰਦੀ ਹੈ ਜੀ। ਸੋ ਉਸੇ ਤਰੀਕੇ ਜੋ ਉਹਨਾਂ ਨੇ ਦੇਖਿਆ ਕਿ ਜੋ ਇੱਕ ਮਾਡਲ ਕ੍ਰੀਏਟ ਕੀਤਾ ਗਿਆ, ਮੇਰੇ ਉੱਪਰ ਨਹੀਂ ਹੈਗਾ, ਉਸ ਮਾਡਲ ਦੇ ਨਾਲ ਹੈ, ਪ੍ਰੋਪਰ ਡਿਸਪਲਿਨ ਹੈਗਾ ਮੈਂ ਜੀ। ਉਹਨੂੰ ਜਦੋਂ ਇਹਨਾਂ 3 ਚੀਜ਼ਾਂ ਨੂੰ ਅਸੀਂ ਪੰਜਾਬ ਦੇ ਨਾਲ ਕੰਪੇਅਰ ਕਰਦੇ ਹਾਂ, ਪੰਜਾਬ ਦੇ ਵਿੱਚ ਮੈਜੋਰਟੀ ਆਫ ਜੋ ਸਰਕਾਰ ਕਰਨਾ ਚਾਹੁੰਦੀ ਸੀਗੀ, ਪੋਲਰਾਈਜ਼ ਕਰਨਾ ਚਾਹੁੰਦੀ ਸੀ ਜੀ। ਕਿਉਂਕਿ ਤੁਸੀਂ ਦੇਖਿਓ ਜਦੋਂ ਦੀ ਪਿਛਲੇ ਮਹਾਰਾਜਾ ਅਜੀਤ ਸਿੰਘ ਤੋਂ ਲੈ ਕੇ ਅੱਜ ਤੱਕ ਪੰਜਾਬ ਕਦੀ ਵੰਡਿਆ ਨਹੀਂ ਗਿਆ ਜੀ। ਇੱਥੇ ਇੱਕ ਜੇ ਕਮਿਊਨਿਟੀ ਤੇ ਭੀੜ ਪਈ ਹੈ ਤਾਂ ਦੂਜੀ ਕਮਿਊਨਿਟੀ ਨੇ ਉਹਦਾ ਸਾਥ ਦਿੱਤਾ ਹੈ। ਬਿਲਕੁਲ। ਪਰ ਇੱਥੇ ਅੱਜ ਕੀ ਹੋਇਆ ਆ ਕਿ ਤੁਹਾਡੀ ਜਿਹੜੀ ਪੰਜਾਬ ਨੂੰ ਜੋ ਸਰਕਾਰ ਚਾਹੁੰਦੀ ਤੁਸੀਂ ਵੰਡੇ ਗਏ ਆ। ਬਿਲਕੁਲ। ਪੰਜਾਬ 'ਚ ਵੰਡੀ ਪਈ ਹੋਈ ਆ। ਅਰਬਨ ਏਰੀਆਜ਼ ਦੇ ਲੋਕ ਹੋਰ ਸੋਚ ਰਹੇ ਨੇ, ਰੂਰਲ ਏਰੀਆਜ਼ ਦੇ ਲੋਕ ਜਿਹੜੇ ਉਹਨਾਂ ਦੀ ਸੋਚ ਬਿਲਕੁਲ ਹੋ ਰਿਹਾ। ਪੰਜਾਬ ਜਿਹੜੇ ਅਰਬਨ ਦੇ ਵਿੱਚ ਹੈਗੇ ਆ ਉਹਨਾਂ ਨੂੰ ਅੱਜ ਇੱਦਾਂ ਲੱਗਦਾ ਪਿਆ ਕਿ ਕਿਸਾਨ ਤਾਂ ਉੱਥੇ ਮੇਲਾ ਮਨਾਉਣ ਗਏ ਆ ਜੀ। ਕਿਉਂਕਿ ਇੱਕ ਜਿਹੜੀ ਵੀਡੀਓ ਜਾਂ ਇੱਕ ਇਮੇਜ ਜਿਹੜੀ ਉਹ ਸ਼ਿੰਗੂ ਬਾਰਡਰ ਦੇ ਦਿਮਾਗ 'ਚ ਹੀ ਉਹਨਾਂ ਦੀ ਹੈਗੀ। ਇਹੀ ਆ। ਇੱਥੇ ਜਿਹੜੇ ਇਹਨਾਂ ਨੂੰ ਲੱਗਦਾ ਹੈ ਕਿ ਜਿਹਨਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਮੂਲੀ ਕਿੱਧਰ ਨੂੰ ਕੀ ਮੂਲੀ ਲਾਉਣੀ ਹੈ, ਜੀ, ਕਿਹੜੀ ਫਸਲ ਕਦੋਂ ਹੁੰਦੀ ਹੈ, ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ, ਉਹ ਕਿਸਾਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਇੱਦਾਂ ਕਰੋ ਜੀ, ਤੁਸੀਂ ਉਹਨਾਂ ਦੇ ਕਾਨੂੰਨ ਮੰਨ ਲਓ। ਕਿਉਂਕਿ ਜਦੋਂ 4 ਬੰਦੇ ਬੈਠਦੇ ਆ, 2 ਹੱਕ 'ਚ ਹੁੰਦੇ, 2 ਅਗੇਂਸਟ 'ਚ ਹੁੰਦੇ। ਬਿਲਕੁਲ। ਕਈ ਵਾਰੀ ਕੀ ਹੁੰਦਾ, ਹੱਕ ਵਾਲੇ ਉਹਨਾਂ ਨੂੰ ਮਨਾ ਲੈਂਦੇ, ਕਈ ਵਾਰੀ ਉਹ ਦੂਸਰੇ ਇਹਨਾਂ ਨੂੰ ਮਨਾ ਲੈਂਦੇ ਆ ਜੀ। ਪਰ ਇਹਨਾਂ ਨੂੰ ਦੇਖਿਆ ਜਾਵੇ ਕਿ ਜੇ ਆਪਾਂ ਕਲੈਕਟਿਵਲੀ ਦੇਖਿਆ ਜਾਵੇ, ਪੰਜਾਬੀਆਂ ਨੂੰ ਇਸ ਚੀਜ਼ ਦਾ ਮਾਣ ਹੋਣਾ ਚਾਹੀਦਾ ਕਿ ਦੇਖੋ ਪੰਜਾਬ ਨੇ ਕਦੀ ਵੀ ਕੋਈ ਅੰਦੋਲਨ ਸ਼ੁਰੂ ਕੀਤਾ ਨਾ, ਉਹ ਹਮੇਸ਼ਾ ਹੀ ਕਹਿ ਲਓ ਕਿ ਉਹਨੇ ਇੱਕ ਮਾਸ ਮੂਵਮੈਂਟ ਦਾ ਰੂਪ ਧਾਰਿਆ ਜੀ। ਤੁਸੀਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਓ, ਤੁਸੀਂ ਆਜ਼ਾਦੀ ਦੇ ਬਾਅਦ ਦੀ ਗੱਲ ਕਰ ਲਓ। ਪਰ ਸਾਨੂੰ ਸ਼ਰਮ ਆਉਂਦੀ ਕੁਝ ਲੋਕਾਂ ਨੂੰ ਦੇਖ ਕੇ ਕਿ ਜਿਹੜੇ ਅੱਜ ਵੀ ਇਸ ਮੂਵਮੈਂਟ ਦੇ ਬਿਲਕੁਲ ਆਪੋਜ਼ਿਟ ਹੈਗੇ ਜੀ। ਸੋ ਇਹੀ ਆ ਕਿ ਇਹਨਾਂ ਇੱਥੋਂ ਦਾ ਤਾਂ ਉੱਥੋਂ ਦਾ ਮੇਨ ਫਰਕ ਤਾਂ ਮੈਨੂੰ ਤਾਂ ਇਹੀ ਲੱਗਾ ਜੀ ਕਿ ਐਟਲੀਸਟ ਇੱਥੇ ਕਲੈਕਟਿਵ ਨਹੀਂ ਹੈਗੇ, ਉੱਥੇ ਪ੍ਰੋਪਰ ਇੱਕ ਯੂਨਿਟੀ ਬਣੀ ਹੋਈ ਹੈ ਜੀ। ਬਾਈ ਜੀ, ਆਪਾਂ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਤੇ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਹੈ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ। ਤੇ ਅੱਜ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ ਜਸਪ੍ਰੀਤ ਜੀ। ਹੁਣ ਅੱਗੇ ਗੱਲ ਕਰਦੇ ਹਾਂ ਕਿਸਾਨ ਅੰਦੋਲਨ ਦੀ। ਜਿਵੇਂ ਅਸੀਂ ਗੱਲ ਕਰ ਰਹੇ ਸੀਗੇ, ਗੁਰਦੁਆਰਾ ਜਿਹੜੇ ਕੈਨੇਡਾ ਔਰ ਅਮਰੀਕਾ ਦੇ 167 ਗੁਰਦੁਆਰਾ ਕਮੇਟੀਆਂ ਨੇ ਇਹ ਗੱਲ ਆਖੀ ਸੀ ਕਿ ਨੌਜਵਾਨ ਤੇ ਕਿਸਾਨ ਆਗੂਆਂ ਦੇ ਵਿੱਚ ਕਿਤੇ ਨਾ ਕਿਤੇ ਦੂਰੀ ਪੈਦਾ ਹੋ ਰਹੀ ਹੈ ਤੇ ਇਸ ਦੂਰੀ ਦਾ ਅਸਰ ਜਿਹੜਾ ਉਹ ਸੰਘਰਸ਼ ਦੇ ਉੱਤੇ ਪੈ ਸਕਦਾ ਆ। ਇਹ ਕਿੰਨੀ ਕੁ ਸੱਚਾਈ ਲੱਗਦੀ, ਕਿਉਂਕਿ 26 ਤਰੀਕ ਦੀ ਘਟਨਾ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਇਦਾਂ ਦੀਆਂ ਸਾਹਮਣੇ ਆਈਆਂ ਨੇ ਕਿ ਨੌਜਵਾਨਾਂ ਦੇ ਵਿੱਚ ਜੋਸ਼ ਘਟ ਗਿਆ ਆ ਜਾਂ ਫਿਰ ਲੋਕ ਘਰਾਂ ਨੂੰ ਵਾਪਸ ਪਰਤ ਆਏ ਨੇ। ਪਰ ਜਿਵੇਂ ਤੁਸੀਂ ਡੇਲੀ ਉੱਥੇ ਤੁਹਾਡਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਤੇ ਤੁਹਾਡੀ ਨਜ਼ਰ ਦੇ ਵਿੱਚ ਕੀ ਲੱਗਦਾ ਤੁਹਾਨੂੰ? ਦੇਖੋ ਜੀ, ਮੈਂ 28 ਤਰੀਕ ਨੂੰ, ਮੈਂ 26 ਨੂੰ ਅਸੀਂ ਉੱਥੇ ਹੀ ਸੀਗੇ ਜੀ, ਤੇ 28 ਤਰੀਕ ਨੂੰ ਮੈਂ ਦੁਬਾਰਾ ਉਸ ਸਾਈਡ ਤੇ ਗਿਆ ਸੀ। 27 ਨੂੰ ਨਹੀਂ ਗਏ ਸੀਗੇ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਤੁਸੀਂ ਹੁਣੀ ਗੱਲ ਕੀਤੀ ਸੀ ਕਿ ਟਰੈਕਟਰ ਟਰਾਲੀਆਂ ਤੇ ਉੱਥੇ 뮤직 ਲੱਗਦਾ ਆ ਜੀ। ਤੁਸੀਂ ਦੇਖਿਆ ਹੋਣਾ ਕਿ 26 ਸ਼ਾਮ ਨੂੰ ਉੱਥੇ ਇਦਾਂ ਦਾ ਮਾਹੌਲ ਸੀ, ਕਿਸੇ ਕੋਈ ਜਿੱਦਾਂ ਕਹ ਲਓ ਕਿ ਪਾਣੀ ਪੀਣ ਵੀ ਨਹੀਂ ਲੋਕੀ ਪੀ ਰਹੇ ਸੀਗੇ। ਇੱਕ ਪ੍ਰੋਪਰ ਇੱਕ ਫਰਸਟ੍ਰੇਸ਼ਨ ਸੀਗੀ
ਤੇ ਇੱਕ ਰੋਜ਼ ਸੀਗਾ ਉਹਨਾਂ ਦੇ ਵਿੱਚ ਕੀ ਹੋਇਆ ਕੀ ਆ, ਕਿਉਂਕਿ ਇੱਕ ਅਨਐਕਸਪੈਕਟਡ ਜੀ ਇਵੈਂਟ ਜੋ ਵੀ ਹੋਈ ਜੀ ਜੀ ਤੇ ਉਹ ਹੁਣ ਇਹ ਤਾਂ ਹੈ ਨਹੀਂਗਾ ਕਿ ਜਿੱਦਾਂ ਕਹਿ ਲਈਏ ਕਿ ਹਰ ਬੰਦਾ ਸੋਚਦਾ ਸੀ ਕਿੱਦਾਂ ਹੋਊਗਾ। ਕੁਝ ਲੋਕੀ ਉਸ ਹੱਕ 'ਚ ਹੀ ਕੁਝ ਅਗੇਂਸਟ ਸੀਗੇ। ਜੀ ਰਹੀ ਗੱਲ ਕਿ ਯੂਥ ਐਂਡ ਜਿਹੜੀ ਆਪਣੇ ਜਥੇਬੰਦੀਆਂ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਵੀ ਕੋਈ ਤਰੇੜਾ ਜਾਂ ਤਕਰਾਰ ਪਿਆ ਆ, ਉਹ ਮੇਰੀ ਜੋ ਪਰਸਨਲ ਸੋਚ ਤਾਂ ਇਹੀ ਹੈ ਜੀ ਕਿ ਇਹੀ ਗਵਰਨਮੈਂਟ ਚਾਹੁੰਦੀ ਆ ਕਿ ਕਿਸੇ ਨਾ ਕਿਤੇ ਤੁਹਾਡੇ 'ਚ ਪਾੜ ਪਾਇਆ ਜਾਵੇ। ਜੀ ਤੇ ਉਹ ਪਾੜ ਉਹਨਾਂ ਨੇ ਦੇਖੋ ਇੱਥੇ ਭਾਰਤ ਤਾਂ ਆਪਣੇ ਯੂਥ ਦਾ ਭਾਰਤ ਆ ਆਪਣੇ ਬਜ਼ੁਰਗਾਂ ਦੇ ਨਾਲ, ਟਿਕਰੀ 'ਚ ਭਾਰਤ ਆ ਜੀ ਇਹ ਲੋਕ ਕਾਮਰੇਡ ਆ ਗਵਰਨਮੈਂਟ ਦੇ ਐਂਟੀ ਚੱਲਦੇ ਨੇ, ਤੇ ਤੁਹਾਡੇ ਗਾਜ਼ੀਪੁਰ ਭਾਰਤ ਆ ਜੀ ਇਹ ਜਾਟ ਨੇ ਹਿੰਦੂ ਜਾਟ ਆ ਤੇ ਉੱਥੇ ਉਹਨਾਂ ਦਾ ਭਾਰਤ ਆ ਆਪਣੇ ਗੁਜਰਾਂ ਦੇ ਨਾਲ, ਤੇ ਤੁਹਾਡੇ ਸਿੰਘੂ ਦੇ ਵਿੱਚ ਉਹਨਾਂ ਨੇ ਭਾਰਤ ਆ ਮਾਝੇ ਮਾਲਵੇ ਤੇ ਦੁਆਬੇ ਦਾ। ਜੀ ਸੋ ਐਨਆਰਆਈਜ਼ ਨੂੰ ਅਸੀਂ ਤਾਂ ਇਹ ਚਾਹੁੰਦੇ ਕਿ ਉਹਨਾਂ ਨੂੰ ਕਈ ਵਾਰੀ ਕੀ ਹੁੰਦਾ ਜੀ ਜੇ ਕਿਸੇ ਚੀਜ਼ ਨੂੰ ਇਗਨੋਰ ਕਰਨਾ ਹੋਵੇ ਜਾਂ ਖਤਮ ਕਰਨਾ ਹੋਵੇ ਉਹਦੀ ਗੱਲ ਹੀ ਨਾ ਕੀਤੀ ਜਾਵੇ। ਜੀ ਤੁਸੀਂ ਉਹਨੂੰ ਹਵਾ ਨਾ ਦਿਓ ਇਸ ਗੱਲ ਨੂੰ ਜੀ ਕਿਉਂਕਿ ਜਦੋਂ ਤੁਸੀਂ ਰੈਲੀਜ਼ ਦੇਖ ਰਹੇ ਆ ਜਿਹੜੀਆਂ ਮਹਾਪੰਚਾਇਤ ਕੀਤੀਆਂ ਜਾ ਰਹੀਆਂ ਉਹ 'ਚ ਉਨਾ ਹੀ ਯੂਥ ਹੈ ਤੇ ਉਨੇ ਹੀ ਬਜ਼ੁਰਗ ਹੈਗੇ, ਉਹਨਾਂ ਦੀ ਜਿਹੜੀ ਰੇਸ਼ੋ ਆ 50-50 ਹੀ ਹੈਗੀ। ਇਹ ਨਹੀਂ ਹੈਗਾ ਕਿ ਇਹ ਆਪਣੀ ਇੱਕ ਵਹਿਮ ਆ ਜਾਂ ਕਹਿ ਲਓ ਕਿ ਸੋਚ ਹੈ ਕਿ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ, ਪਰ ਜੇ ਕੋਈ ਪ੍ਰੋਬਲਮ ਹੈਗੀ ਵੀ ਆ ਸੋ ਟਾਈਮ ਆਉਣ ਤੋਂ ਆਪਣੇ ਆਪ ਠੀਕ ਹੋ ਜੂਗੀ, ਕਿਉਂਕਿ ਹਜੇ ਜ਼ਖਮ ਸੀਗਾ ਉਦੋਂ ਮੌਕੇ ਤੇ ਸੀਗਾ, ਕੋਈ ਦਰਦ ਹੋ ਰਿਹਾ ਸੀਗਾ ਤੇ ਲੋਕਾਂ ਨੂੰ ਲੱਗਾ ਕਿ ਸ਼ਾਇਦ ਕੋਈ ਪ੍ਰੋਬਲਮ ਹੈਗੀ ਹੈ। ਸੋ ਜਥੇਬੰਦੀ ਨੂੰ ਚਾਹੀਦਾ ਉਹਨਾਂ ਨੂੰ ਨਾਲ ਲੈ ਕੇ ਚੱਲਣ ਜੀ। ਜੀ ਕਈ ਵਾਰੀ ਤੁਹਾਨੂੰ ਸਨਬ ਨਹੀਂ ਕਰਨਾ ਚਾਹੀਦਾ, ਜੇ ਕੋਈ ਇਦਾਂ ਦੀ ਕੋਈ ਗੱਲ ਹੋ ਰਹੀ ਹੈ ਤੁਸੀਂ ਉਹਨੂੰ ਐਕਸੈਪਟ ਕਰਨਾ ਵੀ ਚਾਹੀਦਾ ਹੈ। ਜੀ ਜੀ ਤੇ ਬਾਈ ਜੀ ਕੀ ਲੱਗਦਾ ਕਿ 26 ਤੋਂ ਬਾਅਦ ਨਾ ਕੋਈ ਸਰਕਾਰ ਕਾਲ ਦੇ ਰਹੀ ਆ ਤੇ ਨਾ ਆਗੂ ਕਹਿ ਰਹੇ ਨੇ ਅਸੀਂ ਮੀਟਿੰਗ ਕਰਨੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਅੱਗੇ ਹੁਣ ਜਿਹੜੀ ਕਾਰਵਾਈ ਹੋਏਗੀ ਉਹ ਕੀ ਹੋਏਗੀ, ਅੱਗੇ ਮੀਟਿੰਗ ਕਦੋਂ ਹੋਏਗੀ? ਦੇਖੋ ਗਵਰਨਮੈਂਟ ਤਾਂ ਮੋਦੀ ਕਹਿ ਰਹੇ ਜੀ ਪਾਰਲੀਮੈਂਟ 'ਚ ਮੈਂ ਤਾਂ ਇੱਕ ਫੋਨ ਕਾਲ ਹੋਈ ਆ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਓ, ਤੇ ਜਥੇਬੰਦੀ ਕਹਿ ਰਹੇ ਹੈ ਕਿ ਸਾਨੂੰ ਅਸੀਂ ਉਹਨਾਂ ਨੂੰ ਜਥੇਬੰਦੀਆਂ ਨੇ ਕਦੀ ਨਾ ਨਹੀਂ ਕੀਤੀ ਮੀਟਿੰਗ ਵਾਸਤੇ, ਉਹ ਤਾਂ ਕਹਿੰਦੇ ਸਾਨੂੰ ਬੁਲਾਓਗੇ ਅਸੀਂ ਆਵਾਂਗੇ। ਜੀ ਪ੍ਰੋਬਲਮ ਹੈ ਕਿ ਗਵਰਨਮੈਂਟ ਹੁਣ ਥੋੜੀ ਜਿਹੀ ਰਿਜਿਡ ਹੋਈ ਆ। ਜਿੱਦਾਂ ਹੁਣ ਪਰਸੋਂ ਤੋਮਰ ਦਾ ਬਿਆਨ ਆਇਆ ਸੀ ਕਿ ਜਿਹੜੀ ਭੀੜ ਇਕੱਠੀ ਕਰਕੇ ਤੇ ਜਿਹੜੇ ਕਾਨੂੰਨ ਨਹੀਂ ਬਦਲੇ ਜਾਂਦੇ ਜੀ, ਤੇ ਸੋ ਕਹਿੰਦਾ ਲੈ ਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਇੱਕ ਤਰ੍ਹਾਂ ਕੀ ਵੈਰੀ ਕਹਿ ਲਓ ਕਿ ਆਪਟੀਮਿਸਟਿਕ ਨਹੀਂ ਹੈਗੀ, ਜਿਹੜੀ ਉਹਨਾਂ ਨੂੰ ਕਿ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੋ ਰਿਹਾ। ਉਹ ਇਸ ਟਾਈਮ ਬਿਜ਼ੀ ਹੈਗੇ ਜੀ ਬੰਗਾਲ ਦੀ ਇਲੈਕਸ਼ਨ ਦੇ ਵਿੱਚ ਜੀ ਤੇ ਉਹਦੇ ਬਾਅਦ ਸ਼ਾਇਦ ਪੰਜਾਬ ਵੱਲ ਮੂੰਹ ਕਰਨਗੇ, ਜੋ ਮੇਰੀ ਪਰਸਨਲ ਸੋਚ ਹੈ। ਪਰ ਕੀ ਲੱਗਦਾ ਹੈ ਤੁਹਾਨੂੰ ਕਿ ਕਿਸਾਨ ਆਗੂ ਹਜੇ ਕੁਝ ਖਾਸ ਬਿਆਨ ਨਹੀਂ ਦੇ ਰਹੇ? ਮਹਾਪੰਚਾਇਤ ਹੁਣ ਥੋੜਾ ਐਕਟਿਵ ਹੋ ਚੁੱਕੇ ਨੇ, ਪਰ ਪਿੱਛੇ ਜੇ ਦੇਖਿਆ ਜਾਵੇ ਤਾਂ ਕਿਸਾਨ ਲੀਡਰਸ ਕੁਝ ਬੋਲ ਨਹੀਂ ਰਹੇ ਸੀ, ਕਿਉਂਕਿ ਸਰਕਾਰ ਵੱਲੋਂ ਬਿਆਨ ਹੋ ਰਹੇ ਸੀ, ਟਵੀਟ ਆ ਰਹੇ ਸੀਗੇ, ਪਰ ਉਸ ਦੇ ਜਵਾਬ ਦੇ ਵਿੱਚ ਕੋਈ ਵੀ ਬੋਲ ਨਹੀਂ ਰਿਹਾ ਸੀ, ਜਦ ਕਿ ਪੂਰਾ ਪੰਜਾਬ ਜਿਹੜਾ ਆ ਜਾਂ ਫਿਰ ਵਿਦੇਸ਼ਾਂ ਦੇ ਲੋਕ ਵੀ ਉਹ ਵੀ ਕਿਸਾਨ ਆਗੂਆਂ ਵੱਲ ਦੇਖ ਰਹੇ ਨੇ ਕਿ ਕਦੋਂ ਉਹਨਾਂ ਦਾ ਕੋਈ ਬਿਆਨ ਆਵੇ ਤੇ ਕਦੋਂ ਅਸੀਂ ਅਗਲੀ ਰਣਨੀਤੀ ਬਾਰੇ ਸਾਨੂੰ ਪਤਾ ਲੱਗੇ। ਦੇਖੋ ਮੈਂ ਤੁਹਾਨੂੰ ਇਸ ਗੱਲ ਦੱਸਦਾ, ਜਿੰਨੀ ਕੁ ਸਾਡੀ ਉਮਰ ਉਨੇ ਕੁ ਸਾਲ ਉਹਨਾਂ ਦੇ ਸੰਘਰਸ਼ ਕਰਦੇ ਹੋ ਚੁੱਕੇ ਨੇ ਜਥੇਬੰਦੀ ਦੇ ਲੀਡਰ ਜੀ। ਇਹ ਕਈਆਂ ਦੇ ਤਾਂ ਪਹਿਲੀ ਵਾਰੀ ਪਰਚੇ ਹੋਏ ਆ ਤੇ ਉਹਨਾਂ ਦੇ ਕਈਆਂ ਦੇ 40 ਪਰਚੇ, ਕਈਆਂ ਦੇ 50 ਪਰਚੇ ਚੱਲਦੇ ਪਏ ਆ ਜੀ। ਸੋ ਬਹੁਤ ਐਕਸਪੀਰੀਅੰਸਡ ਆ। ਤੇ ਜਦੋਂ ਤੁਹਾਡੇ ਜਰਨੈਲ ਐਕਸਪੀਰੀਅੰਸ ਉਹਨੂੰ ਸਮਝਦੇ ਹੁੰਦੇ ਆ ਰਿਟਰੀਟ ਦਾ ਮਤਲਬ ਕੀ ਹੁੰਦਾ। ਜੀ ਕਈ ਵਾਰੀ 2 ਕਦਮ ਪਿੱਛੇ ਲੈ ਕੇ ਤੇ 4 ਕਦਮ ਫਿਰ ਅੱਗੇ ਜਾਇਆ ਜਾਂਦਾ ਹੈ। ਜੀ ਸੋ ਉਹਨਾਂ ਨੂੰ ਜਿਹੜਾ ਸੈਟਬੈਕ ਲੱਗਿਆ ਇਸ ਚੀਜ਼ ਦਾ ਉਹ ਵੀ ਫੀਲ ਕਰਦੇ ਆ। ਉਹ ਕੋਈ ਇਦਾਂ ਦਾ ਜਲਦਬਾਜ਼ੀ ਜਾਂ ਕਹਿ ਲਓ ਕਿ ਆਫੈਂਸਿਵ ਹੋ ਕੇ ਕੋਈ ਇਦਾਂ ਦਾ ਵਰਡ ਜਾਂ ਕੋਈ ਟਵੀਟ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਕਿ ਜਿਹੜਾ ਉਹਨਾਂ ਦੇ ਅਗੇਂਸਟ ਜਾਵੇ, ਕਿਉਂਕਿ ਹਜੇ ਰੋਸ ਹਜੇ ਵੀ ਹੈਗਾ, ਜੇ ਕਿ ਰੋਸ ਨਹੀਂ ਹੈਗਾ ਹਜੇ ਵੀ ਪਾੜ ਪਿਆ ਹੋਇਆ ਹੈ ਜੀ। ਸੋ ਉਹ ਜਿਹੜਾ ਉਹ ਬੜੇ ਉਹਨੂੰ ਕਹਿ ਲਓ ਕਿ ਸੰਜਮ ਐਂਡ ਸਮਝਦਾਰੀ ਨਾਲ ਉਹ ਜਿਹੜਾ ਆਪਣਾ ਅਗਲਾ ਸਟੈਪ ਜਿਹੜਾ ਚੱਕਦੇ ਪਏ ਆ। ਸੋ ਮੈਨੂੰ ਲੱਗਦਾ ਕਿ ਜਿੰਨਾ ਹੀ ਇਹ ਕਿਉਂਕਿ ਲੜਾਈ ਜਦੋਂ ਸਰਕਾਰ ਦੇ ਨਾਲ ਹੋਵੇ ਨਾ ਜੀ ਉਹ ਜੋਸ਼ ਦੀ ਲੜਾਈ ਨਹੀਂ ਹੁੰਦੀ, ਉਹਲੀ ਹੋਸ਼ ਚਾਹੀਦਾ ਹੁੰਦਾ ਹੈ ਨਾ। ਉਹ ਬੜੀ ਹੋਸ਼ ਦੇ ਨਾਲ ਉਹ ਕੰਮ ਕਰ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਦਿਮਾਗ ਉਹਨਾਂ ਦੇ ਲੱਗੇ ਹੋਏ ਆ। ਐਂਡ ਤੁਸੀਂ ਦੇਖੋ ਕਿ ਜਿੰਨੀਆਂ ਜਥੇਬੰਦੀਆਂ ਹੈਗੀਆਂ ਉਹ ਇਸ ਅੰਦੋਲਨ ਤੋਂ ਪਹਿਲਾਂ ਹਰੇਕ ਦੀ ਆਪਣੀ ਰਾਏ ਸੀ, ਇੱਕ ਦੂਜੇ ਨਾਲ ਗੱਲ ਕਰਕੇ ਵੀ ਰਾਜੀ ਨਹੀਂ ਸੀਗੀਆਂ। ਸੋ ਜੇ ਉਹ ਇੰਨੇ ਕਹਿ ਲਓ ਕਿ ਆਪੋਜ਼ਿਟ ਜਿਹੜੀਆਂ ਮਾਈਂਡ ਸੈਟ ਵਾਲੇ ਲੋਕ, ਆਈਡੀਓਲੋਜੀਜ਼ ਵਾਲੇ ਲੋਕ ਅੱਜ ਇਕੱਠੇ ਆ ਜੀ ਤੇ ਉਹਨਾਂ ਦਾ ਜਿਹੜਾ ਡਿਸੀਜਨ ਮੇਕਿੰਗ ਹੋ ਰਹੀ ਹੈ ਜੋ ਉਹ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਇਜ਼ ਵੈਰੀ ਪੋਜ਼ਿਟਿਵ। ਜੇ ਉਹ ਚੁੱਪ ਕਰਕੇ ਬੈਠੇ ਆ ਜਾਂ ਮਹਾਪੰਚਾਇਤ ਕਰਦੇ ਪਏ ਆ ਉਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਹੋਊਗਾ ਜੀ। ਤੇ ਦੂਸਰਾ ਤੁਸੀਂ ਦੇਖੋ ਜਿਹਨਾਂ ਕਾਲਸ ਦੇ ਰਹੇ ਆ, ਇਹਨਾਂ ਨੇ ਰੇਲ ਰੋਕਣ ਦੀ ਦਿੱਤੀ ਜਾਂ ਮਹਾਪੰਚਾਇਤ ਦਿੱਤੀ। ਬੇਸਿਕਲੀ ਕੀ ਹੁੰਦਾ ਕਿ ਜਦੋਂ ਤੁਸੀਂ ਪੂਰੇ ਨੈਸ਼ਨਲ ਲੈਵਲ ਤੇ ਇੱਕ ਰੇਲ ਰੋਕਣ ਦੀ ਕਹਿ ਦਿੰਦੇ ਆ, ਉਹ ਗਵਰਨਮੈਂਟ ਨੂੰ ਇਹ ਦਿਖਾਉਣਾ ਹੁੰਦਾ ਕਿ ਸਾਡੇ ਜਿਹੜੀ ਇਹ ਅੰਦੋਲਨ ਆ ਜਾਂ ਐਜੀਟੇਸ਼ਨ ਕਿੱਥੇ ਪਹੁੰਚ ਚੁੱਕੀ ਹੈ ਜੀ। ਇਹ ਪੰਜਾਬ ਤੋਂ ਸ਼ੁਰੂ ਹੋਈ ਸੀਗੀ। ਇਸ ਵਾਰੀ ਜਦੋਂ ਰੇਲ ਰੋਕਣ ਦਾ ਕਹਿੰਦੇ ਇੰਡੀਆ ਦੀਆਂ ਮੈਜੋਰਟੀ ਆਫ ਸਟੇਟਸ ਨੇ ਰੇਲ ਰੋਕੀਆਂ ਉੱਥੇ, ਤੇ ਸਾਡੀ ਜਿਹੜੀ ਰੇਲਵੇ ਮਿਨਿਸਟਰੀ ਉਹ ਕਹਿ ਰਹੀ ਜੀ ਸਾਨੂੰ 2% 3% ਪੰਜਾਬ ਨੂੰ ਹਰਿਆਣੇ ਨੂੰ ਛੱਡ ਕੇ ਬਾਕੀ ਕਿਤੇ ਰੋਕੀਆਂ ਨਹੀਂ ਗਈਆਂ ਜੀ। ਉਹਨੇ ਬੰਗਾਲ ਨੂੰ ਇਗਨੋਰ ਕਰਤਾ, ਆਂਧਰਾ ਪ੍ਰਦੇਸ਼ ਨੂੰ ਇਗਨੋਰ ਕਰਤਾ, ਮਹਾਰਾਸ਼ਟਰ ਨੂੰ, ਈਵਨ ਮੱਧ ਪ੍ਰਦੇਸ਼ ਨੂੰ ਜਿੱਥੇ ਬੀਜੇਪੀ ਦੇ ਗੜ੍ਹ ਹੈਗੇ ਉੱਥੇ ਵੀ ਰੇਲਾਂ ਰੋਕੀਆਂ ਗਈਆਂ ਜੀ। ਇਹਦਾ ਮਤਲਬ ਕਿ ਜਿਹੜੀ ਆਪਾਂ ਕਹਿ ਲਈਏ ਕਿ ਹਵਾ ਇੱਥੋਂ ਪੰਜਾਬ ਤੋਂ ਚੱਲੀ ਸੀ ਨਾ ਜੀ, ਉਹ ਹੁਣ ਪੂਰੇ ਦੇਸ਼ 'ਚ ਇੱਕਦਮ ਹਨੇਰੀ ਬਣ ਚੁੱਕੀ ਹੈ ਜੀ। ਸੋ ਇਸ ਕਰਕੇ
ਆਪਾਂ ਵੇਟ ਕਰੀਏ, ਡਿਸੀਜਨ ਦੀ ਵੇਟ ਕਰੀਏ ਕੀ ਕਰ ਰਹੇ ਆ। ਜੀ ਜੀ ਕਿਸਾਨਾਂ ਨੂੰ ਅਨਪੜ੍ਹ ਦੱਸਿਆ ਗਿਆ, ਕਿਸਾਨਾਂ ਨੂੰ ਅੱਤਵਾਦੀ ਦੱਸਿਆ ਗਿਆ, ਵੱਖ-ਵੱਖ ਨਾਮ ਦਿੱਤੇ ਗਏ ਨੇ ਹੈ ਨਾ, ਪਰ ਅੱਜ ਤੁਸੀਂ ਸਾਡੇ ਨਾਲ ਇੱਥੇ ਮੌਜੂਦ ਹੋ, ਪੜ੍ਹੇ ਲਿਖੇ ਕਿਸਾਨ ਹੋ, ਤੇ ਤੋਮਰ ਸਾਹਿਬ ਦਾ ਬਿਆਨ ਆਇਆ ਸੀ, ਪੁੱਛਿਆ ਗਿਆ ਸੀਗਾ ਕਿ ਕਾਨੂੰਨਾਂ ਦੇ ਵਿੱਚ ਕਾਲਾ ਕੀ ਆ ਜਿਸ ਦਾ ਇੰਨਾ ਵਿਰੋਧ ਕੀਤਾ ਜਾ ਰਿਹਾ ਆ। ਅੱਛਾ ਜੀ, ਦੇਖੋ ਪਹਿਲੀ ਗੱਲ ਤਾਂ ਤੋਮਰ ਨੂੰ ਇਹ ਨਹੀਂ ਪਤਾ ਹੋਣਾ ਜੀ ਕਿ ਪੰਜਾਬ ਦੇ ਵਿੱਚ ਮੰਡੀਆਂ ਕਿੰਨੀਆਂ ਹੈ। ਪੰਜਾਬ 'ਚ 7000 ਮੰਡੀਆਂ ਹੈ ਜੀ ਜੀ, ਇਹਨੂੰ APMCs ਕਹਿੰਦੇ ਆ, ਤੇ ਉਹਨਾਂ 'ਚੋਂ 70% ਤੋਂ 80% ਲਾਗੇ ਪੰਜਾਬ ਤੇ ਹਰਿਆਣੇ ਦੇ ਵਿੱਚ ਹੈ। ਜੀ ਜੇ ਅੱਜ ਪੰਜਾਬ ਦਾ ਕੋਈ 5 ਜਾਂ 10 ਖੇਤਾਂ ਵਾਲਾ ਕੋਈ ਕਿਸਾਨ ਆ, ਉਹ ਵਧੀਆ ਜ਼ਿੰਦਗੀ ਜੀਂਦਾ ਹੈ ਜੀ। ਸਾਡਾ ਜਿਹੜਾ ਲਿਵਿੰਗ ਸਟੈਂਡਰਡ ਕਹਿ ਲਓ ਪੂਰੇ ਇੰਡੀਆ 'ਚ ਨੰਬਰ 1 ਆ ਜੀ। ਤੇ ਸਾਡੇ ਕੋਲ ਕਈ ਵਿਚਾਰੇ ਕਾਮੇ ਬਿਹਾਰ ਤੋਂ ਕੇ 5 ਖੇਤਾਂ ਵਾਲੇ ਕੰਮ ਕਰਦੇ ਹੁੰਦੇ। ਉਹ ਕਿਉਂ ਆ? ਜਿਹੜੀ ਜੇ ਆਪਾਂ ਕਹਿ ਲਈਏ ਕਿ ਇਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਜੇ ਆਪਾਂ ਕਹਿ ਲਈਏ ਪੈਰਿਟੀ ਆਫ ਇਨਕਮ ਕਿਉਂ ਆ, ਉਹਦਾ ਸਭ ਤੋਂ ਵੱਡਾ ਕਾਰਨ ਕੀ ਆ? ਉੱਥੇ ਇਹਨਾਂ ਨੂੰ MSP ਨਹੀਂ ਮਿਲਦੀ ਪਈ। ਉੱਥੇ 800 ਰੁਪਏ ਨੂੰ ਜਿਹੜੀ ਫਸਲ ਵਿਕਦੀ ਆ, ਸਾਡੇ ਇੱਥੇ 2000 ਨੂੰ ਵਿਕਦੀ ਹੈ ਜੀ। ਠੀਕ ਹੈ ਜੀ। ਦੂਸਰੀ ਗੱਲ ਕੀ ਆ ਕਿ ਜਿਹੜੀ ਜੋ ਤੋਮਰ ਸਾਹਿਬ ਬਿਆਨ ਦਿੰਦੇ ਹਨ, ਉਹ ਪੋਲੀਟੀਕਲੀ ਮੋਟੀਵੇਟਡ ਬਿਆਨ ਹੁੰਦੇ। ਕਈ ਵਾਰੀ ਕੀ ਹੁੰਦਾ, ਇੱਦਾਂ ਦੇ ਬਿਆਨ ਜਾਣ ਕੇ ਦਿੱਤੇ ਜਾਂਦੇ ਆ ਕਿ ਦੂਜੇ ਨੂੰ ਡਿਮੀਨ ਕਰਨ ਦੇ ਲਈ, ਉਹਨੂੰ ਥੱਲੇ ਲਾਉਣ ਲਈ, ਜਾਂ ਉਹਨੂੰ ਕਮਜ਼ੋਰ ਸਾਬਿਤ ਕਰਨ ਦੇ ਲਈ। ਬਿਲਕੁਲ। ਜਿਹੜੀ ਹੁਣ ਦੂਸਰੀ ਆਪਾਂ ਗੱਲ ਕਰਦੇ ਆ ਕਿ ਜਿਹੜੀ ਆਪਣੀ ਮੁੱਦਿਆਂ ਦੇ ਆਪਾਂ ਆਉਂਦੇ ਵਾਪਸ, ਕਿਸਾਨੀ ਦੇ ਮੁੱਦੇ ਤੇ ਆਪਾਂ ਆਉਂਦੇ ਆ, ਤੋਮਰ ਸਾਹਿਬ ਨੂੰ ਕਦੀ ਵੀ ਐਦਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਹੜੀ ਇੱਕ ਕਹਿ ਲਓ ਕਲਾਸ ਜਾਂ ਇੱਕ ਧਰਮ ਜਾਂ ਇੱਕ ਰੀਜਨ ਦੇ ਲੋਕ ਆ ਜਿਹੜੇ, ਉਹਨਾਂ ਨੂੰ ਇੱਕ ਨਾਮ ਦਿੱਤਾ ਜਾਵੇ। ਦੇਖੋ, ਅੰਦੋਲਨ ਕਰਨਾ, ਪ੍ਰੈਸ਼ਰ ਗਰੁੱਪ ਡੈਮੋਕ੍ਰੇਸੀ ਦਾ ਪਾਰਟ ਹੈ ਜੀ। ਜੇ ਕਿਸੇ ਵੀ ਸੰਵਿਧਾਨ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ, ਜੇ ਆਪਾਂ ਇਹਦੀ ਫਾਰਮ ਬਿੱਲ ਦੀ ਗੱਲ ਕਰਦੇ ਆ, ਜਿਹੜੇ ਫਾਰਮ ਬਿਲਸ ਹੈਗੇ ਆ ਉਹ ਕਨਸਟੀਟਿਊਸ਼ਨਲੀ ਸਟੇਟ ਦਾ ਰਾਈਟ ਹੈ ਜੀ। ਉਹਨੂੰ ਕਦੀ ਵੀ ਕਹਿ ਲਈਏ ਕਿ ਉਹ ਸਟੇਟ ਅਫੇਅਰ ਚ ਆਉਂਦੇ, ਉਹਨੂੰ ਸੈਂਟਰ ਉਹਦਾ ਕਾਨੂੰਨ ਨਹੀਂ ਬਣਾ ਸਕਦੀ ਜੀ। ਇਹਨਾਂ ਨੇ ਕੀ ਕੀਤਾ, ਟ੍ਰੇਡ ਐਕਟ ਦੇ ਵਿੱਚ ਮੋਡੀਫਿਕੇਸ਼ਨਸ ਕਰਕੇ ਇਹ ਐਕਟ ਨੂੰ ਤਿਆਰ ਕੀਤਾ ਗਿਆ ਹੈ। ਇਹ ਸਾਡਾ ਫੂਡ ਐਕਟ ਦੇ ਵਿੱਚ ਤਾਂ ਹੈ ਹੀ ਨਹੀਂ ਹੈਗੇ, ਕਿਉਂਕਿ ਐਗਰੀਕਲਚਰ ਐਕਟ ਨੂੰ ਨਹੀਂ ਛੇੜਿਆ ਇਹਨਾਂ ਨੇ ਟ੍ਰੇਡ ਐਕਟ ਨੂੰ ਛੇੜਿਆ ਹੈ। ਤੇ ਜਿਹੜੀ ਸਾਡੀ ਫਸਲ ਆ ਉਹ ਟ੍ਰੇਡਿੰਗ 'ਚ ਨਹੀਂ ਆਉਂਦੀ ਹੈਗੀ ਜੀ, ਉਹ ਫਾਰਮਿੰਗ 'ਚ ਆਉਂਦੀ ਹੈਗੀ ਹੈ। ਸੋ ਇਸ ਕਰਕੇ ਲੀਗੈਲਿਟੀਜ਼ ਤਾਂ ਇਹ 'ਚ ਕਮੀਆਂ ਹੈਗੀਆਂ। ਜਿਹੜੇ ਕਾਲੇ ਕਾਨੂੰਨ ਦੀ ਆਪਾਂ ਗੱਲ ਕਰਦੇ ਆ, ਪਹਿਲੀ ਗੱਲ ਦੇਖੋ, ਇੱਕ ਸਾਡੀ ਕੰਟਰੀ ਇਦਾਂ ਦੀ ਆ, ਪਾਕਿਸਤਾਨ ਨਾਲ ਸਾਡਾ ਪ੍ਰੋਬਲਮ ਚੱਲਦੀ ਹੈ ਜੀ। ਉੱਥੋਂ ਇੱਕ ਅੱਤਵਾਦੀ ਸਟੇਟ ਸਪਾਂਸਰਡ ਟੈਰਰਿਸਟ ਤੁਹਾਡੇ ਕੈਪੀਟਲ, ਜਿਹੜੀ ਫਾਈਨੈਂਸ਼ੀਅਲ ਕੈਪੀਟਲ ਤੇ ਅਟੈਕ ਕਰ ਦਿੰਦਾ ਹੈ ਜੀ। ਤੁਸੀਂ ਉਹਨੂੰ ਇੱਕ ਲੀਗਲ ਟੀਮ ਬਣਾ ਕੇ ਇੱਕ ਲੀਗਲ ਏਡ ਦਿੰਦੇ ਆ ਜੀ। ਉਹਦਾ ਇੱਕ ਹਿਊਮਨ ਰਾਈਟ ਆ ਕਿ ਉਹਨੂੰ ਇੱਕ ਵਕੀਲ ਮਿਲਣਾ ਚਾਹੀਦਾ। ਤੁਹਾਡੇ ਦੇਸ਼ ਦਾ ਅੰਨਦਾਤਾ, ਤੁਹਾਡਾ ਕਿਸਾਨ, ਉਹਦੇ ਕੋਲੋਂ ਤੁਸੀਂ ਉਹ ਹੱਕ ਵਾਪਸ ਲੈ ਰਹੇ ਹੋ। ਤੁਸੀਂ ਕਿਸਾਨ ਨੂੰ ਇਸ ਐਕਟ 'ਚ ਲਿਖਦੇ ਪਏ ਆ ਕਿ ਜੇ ਉਹਦਾ ਕਿਤੇ ਆਪਣੇ ਕੰਟਰੈਕਟ ਐਕਟ ਦੇ ਵਿੱਚ ਜਿੰਨਾ ਕੰਟਰੈਕਟ ਕੀਤਾ ਆ ਜੀ, ਉਸ ਕੰਟਰੈਕਟ ਤੇ ਕੋਈ ਕਮੀ ਰਹਿ ਜਾਵੇ ਜਾਂ ਉਹਨੂੰ ਲੱਗੇ ਕਿ ਮੇਰੇ ਨਾਲ ਚੀਟ ਹੋਇਆ ਆ ਜੀ, ਉਹ SDM ਕੋਲ, ਫਿਰ ਕਲੈਕਟਰ ਜਾਂ DC ਦੇ ਕੋਲ ਜਾ ਸਕਦਾ ਹੈ। ਉਹਨੂੰ ਤੁਸੀਂ ਕੋਰਟ ਜਾਣ ਦਾ ਰਾਹ ਹੀ ਰੋਕ ਦਿੱਤਾ ਹੈ। ਤੁਸੀਂ ਦੱਸੋ ਕਿ ਇੱਕ ਬੰਦੇ ਦਾ ਹਿਊਮਨ ਰਾਈਟ ਹੈਗਾ ਆ ਕੋਰਟ ਜਾਣਾ ਜਾਂ ਨਹੀਂ ਹੈਗਾ? ਇਹ ਕਾਲਾ ਕਿੰਨੀ ਵੱਡੀ ਕਾਲੇ ਜੀ। ਦੂਸਰੀ ਆਪਾਂ ਗੱਲ ਆ ਜੰਨੇ ਆ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਦੀ ਗੱਲ ਕਰਦੇ ਆ। ਤੁਸੀਂ ਇੱਕ ਸਿੱਧਾ ਹੀ ਰਾਹ ਖੋਲ ਦਿੱਤਾ ਆ ਜਿਹੜੇ ਕਾਰਪੋਰੇਟਸ ਨੂੰ ਆ ਕਿ ਤੁਸੀਂ ਜਿੰਨੀ ਮਰਜ਼ੀ ਕਾਲਾ ਬਾਜ਼ਾਰੀ ਕਰੋ, ਜਿੰਨੀ ਮਰਜ਼ੀ ਹੋਰਡਿੰਗ ਕਰੋ, ਕਿਉਂਕਿ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਆ ਹੁਣ ਉਹ ਸਾਡੇ ਉਹਦੇ ਲਿਸਟ 'ਚੋਂ ਬਾਹਰ ਹੈਗੀਆਂ ਜੀ। ਜਿਹੜੇ ਅੱਜ 34-35 ਰੁਪਏ ਦਾ ਤੇਲ ਲੈ ਕੇ 100 ਦਾ ਵੇਚ ਰਹੇ ਆ, ਉਹ ਤੁਸੀਂ ਸੋਚੋ ਕਿ ਜਦੋਂ ਉਹਨਾਂ ਨੂੰ ਹੋਰਡਿੰਗ ਹੋਗੀ, ਉਹਦੇ ਬਾਅਦ ਉਹਨਾਂ ਦਾ ਅਗਲਾ ਜਿਹੜਾ ਸਟੈਪ ਕੀ ਹੋਊਗਾ ਜੀ। ਸੋ ਸਿੰਪਲ ਹੈ ਨਾ। ਤੇ ਜਿਹੜੀ ਪਹਿਲੀ ਗੱਲ ਆ ਜਾਂਦੀ ਕਿ ਆਪਣੀਆਂ ਜਿਹੜੀ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਜਿਹੜੀ ਮੰਡੀ ਆ, ਜਿਹੜੀ ਮੰਡੀ ਫੀਸ ਲੱਗਦੀ ਹੈ, ਸਾਡਾ ਰੂਰਲ ਸੈਕਟਰ ਦਾ ਜਿੰਨਾ ਇਨਫਰਾਸਟ੍ਰਕਚਰ ਉਹ ਤੋਂ ਕ੍ਰੀਏਟ ਹੁੰਦਾ ਹੈ। ਜੇ ਸਾਡੀਆਂ ਆਪਣੀਆਂ ਮੰਡੀਆਂ ਦੇ ਵਿੱਚ ਫਸਲ ਆਉਂਦੀ ਆ, ਉੱਥੋਂ ਪਰਸੈਂਟੇਜ ਪੈਸੇ ਆਉਂਦੇ ਆ, ਤੇ ਸਟੇਟ ਗਵਰਨਮੈਂਟ ਸਾਡੇ ਜਿਹੜਾ ਇਨਫਰਾਸਟ੍ਰਕਚਰ ਤਿਆਰ ਕਰਦੀ ਆ ਜੀ। ਕਿ ਸੈਂਟਰ ਗਵਰਨਮੈਂਟ ਨੇ ਕੋਈ ਨਾ ਪ੍ਰੋਵੀਜ਼ਨ ਰੱਖਿਆ ਆ ਕਿ ਜਿਹੜਾ ਆਹ 500-700 ਕਰੋੜ ਸਰਕਾਰ ਸਟੇਟ ਗਵਰਨਮੈਂਟ ਨੂੰ ਆਉਂਦਾ ਆ, ਕੱਲ ਨੂੰ ਅਸੀਂ ਦੇਵਾਂਗੇ ਜਦੋਂ ਫੀਸ ਨਹੀਂ ਲਵਾਂਗੇ ਜੀ। ਇਹਦਾ ਮਤਲਬ ਕਿ ਸਾਡਾ ਜਿਹੜਾ ਪੰਜਾਬ ਦਾ ਰੂਰਲ ਇਨਫਰਾਸਟ੍ਰਕਚਰ ਆ, ਉਹ ਇੱਕ ਤਰ੍ਹਾਂ ਦਾ ਸਿੱਧਾ ਖਤਮ ਕਰਨ ਦਾ ਇੱਕ ਮਾਸਟਰ ਪਲਾਨ ਆ। ਸੋ ਦੇਖ, ਇਹ ਜਿਵੇਂ ਇਹ 'ਚ ਜਿੰਨਾ ਮਰਜ਼ੀ ਅੱਗੇ ਚੱਲ ਜਾਓ, ਜੇ ਹੋਰ ਕਮੀਆਂ ਸ਼ੁਰੂ ਹੋ ਜੂਗੀਆਂ, ਜਿੰਨੀ ਮਰਜ਼ੀ ਘਟਾ ਲਓ ਤੁਸੀਂ ਜੀ। ਹਾਂਜੀ, ਇਹ ਤਾਂ ਮੈਂ ਤੁਹਾਨੂੰ 3 ਐਗਜ਼ਾਮਪਲ ਹੀ ਦਿੱਤੀਆਂ ਜੀ।
ਇੱਕ ਪਿੱਛੇ ਜੇ ਤੁਸੀਂ ਮਦਰਾਸ ਨੂੰ ਲੈ ਕੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਸਕੂਲ ਦੀ ਗੱਲ ਕੀਤੀ ਹੋਈ ਸੀ ਨਾ, ਉਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਸ ਵੀਡੀਓ ਦੇ ਵਿੱਚ ਹੈ ਕੀ ਸੀ ਅਸਲ ਦੇ ਵਿੱਚ ਤੇ ਸਕੂਲ ਦੇ ਬੱਚਿਆਂ ਕੋਲੋਂ ਕੀ ਸਵਾਲ ਕੀਤਾ ਗਿਆ। ਪਰ ਇੱਥੇ ਅਸੀਂ ਇੱਕ ਬ੍ਰੇਕ ਵਾਸਤੇ ਰੁਕਾਂਗੇ। ਬ੍ਰੇਕ ਤੋਂ ਬਾਅਦ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਇਦਾਂ ਹੀ ਚੱਲਦਾ ਰਹੇਗਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਤੇ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਜਸਪ੍ਰੀਤ ਸਿੰਘ ਦਈਆ ਜੀ। ਅਸੀਂ ਸਵਾਲ ਕਰ ਰਹੇ ਸੀ ਕਿ ਪਿੱਛੇ ਜੇ ਅਸੀਂ ਤੁਹਾਡੀ ਇੱਕ ਵੀਡੀਓ ਦੇਖੀ ਸੀ ਮਦਰਾਸ ਨੂੰ ਲੈ ਕੇ, ਜਿਹੜੇ ਸਕੂਲ ਦੇ ਬੱਚਿਆਂ ਨੂੰ ਇੱਕ ਸਵਾਲ ਕੀਤਾ ਗਿਆ ਕਿਸਾਨਾਂ ਨੂੰ ਲੈ ਕੇ, ਉਹ ਥੋੜਾ ਜਿਹਾ ਖੁੱਲ ਕੇ ਵਿਸਤਾਰ ਦੇ ਨਾਲ ਸਾਨੂੰ ਦੱਸਿਓ। ਉਹ ਜੀ ਹੈਗੀ ਆ ਮਦਰਾਸ ਦੀ ਡੀਏਵੀ ਸਕੂਲ ਦੇ ਨਾ 10ਵੀਂ ਦੇ ਬੱਚਿਆਂ ਨੂੰ ਇੱਕ ਕੁਐਸਚਨ ਪੁੱਛਿਆ ਗਿਆ ਇੰਗਲਿਸ਼ ਦੇ ਵਿੱਚ। ਉਹ ਕਹਿੰਦੇ ਸੀ ਕਿ ਜਿਹੜੀ ਵਾਇਲੈਂਸ, ਡਾਇਬੋਲਿਕ ਵਾਇਲੈਂਸ, ਵਰਡ ਤੁਹਾਨੂੰ ਮੈਂ ਦੱਸਦਾ ਜੀ ਇੰਗਲਿਸ਼ ਲਿਖਿਆ ਉਹਨਾਂ ਨੇ, ਦਾ ਡਾਇਬੋਲਿਕ ਵਾਇਲੈਂਸ ਜਿਹੜੀ ਨੈਸ਼ਨਲ ਕੈਪੀਟਲ ਦੇ ਵਿੱਚ ਹੋਈ ਆ, ਉਹਨਾਂ ਨੇ ਸਾਡੇ ਦੇਸ਼ ਦੇ ਜਿਹੜੇ ਸਿਟੀਜ਼ਨ ਉਹਨਾਂ ਦੇ ਦਿਲਾਂ ਦੇ ਵਿੱਚ ਜੀ ਡਰ ਅਤੇ ਨਫ਼ਰਤ ਦੀ ਜਿਹੜੀ ਭਾਵਨਾ ਭਰੀ ਆ ਤੇ ਜਿਹੜੀ ਉਹਨਾਂ ਨੇ ਰੈਂਪੇਜ ਕੀਤਾ, ਪਬਲਿਕ ਪ੍ਰਾਪਰਟੀ ਤੋੜੀ ਆ, ਪੁਲਿਸ ਪਰਸਨਲ ਤੇ ਅਟੈਕ ਕੀਤਾ ਆ ਦਿਨ ਦਿਹਾੜੇ। ਉਸ ਦੇ ਰਿਲੇਟਡ ਤੁਸੀਂ ਇੱਕ ਨਿਊਜ਼ਪੇਪਰ ਦੇ ਐਡੀਟਰ ਨੂੰ ਚਿੱਠੀ ਲਿਖੋ ਜੋ ਇਸ ਟੈਰੀਬਲ ਵਾਇਲੈਂਟ ਐਕਟ ਜੋ ਇਸ ਦੰਗਾਕਾਰੀਆਂ ਵੱਲੋਂ ਕੀਤੀ ਗਈ ਆ ਉਹਨੂੰ ਕੰਡੈਮ ਕਰੋ, ਕਿਉਂਕਿ ਇਹ ਜਿਹੜੇ ਦੰਗਾਕਾਰੀ ਆ ਇਹ ਰਿਲਾਈਜ਼ ਨਹੀਂ ਕਰ ਰਹੇ ਕਿ ਇਹਨਾਂ ਨੇ ਸਰਕਾਰ ਦੀ ਜਿਹੜੀ ਪ੍ਰਾਪਰਟੀ ਦਾ ਆਪਣੀ ਪਰਸਨਲ ਨੀਡ ਜਾਂ ਪਰਸਨਲ ਗੇਨ ਵਾਸਤੇ ਨੁਕਸਾਨ ਕੀਤਾ ਹੈ। ਅੱਛਾ। ਤੇ ਅੱਗੇ ਉਹ ਪੁੱਛਦੇ ਆ ਜਿਹੜੇ ਇਹਨਾਂ ਨੇ ਇਲੀਗਲ ਆਫੈਂਸ ਕਮਿਟ ਕੀਤੇ ਆ ਕੀ ਉਹ ਤੁਹਾਡੇ ਹਿਸਾਬ ਨਾਲ ਜਸਟੀਫਾਈ ਹੈਗੇ ਆ ਜਾਂ ਨਹੀਂ ਹੈਗੇ। ਤੇ ਦੂਸਰਾ ਤੁਸੀਂ ਕੁਝ ਇਦਾਂ ਦੇ ਮੇਜਰ ਸੁਜੈਸਟ ਕਰੋ ਕਿ ਇਦਾਂ ਦੀ ਜਿਹੜੀ ਵਾਇਲੈਂਟ ਮੈਨੀਐਕਸ ਵੱਲੋਂ ਜਿਹੜਾ ਆਹ 26 ਨੂੰ ਉੱਥੇ ਜੋ ਐਕਟ ਕੀਤੀ ਗਈ ਆ ਉਹ ਕਿੰਨੀ ਕੁ ਸਹੀ ਹੈ ਜਾਂ ਕਿੰਨੀ ਕੁ ਗਲਤ ਹੈ। ਦੇਖੋ ਤੁਸੀਂ ਦੰਗਾਕਾਰੀਆਂ ਨੂੰ ਕੀ ਕਹਿ ਰਹੇ, ਠੀਕ ਹੈ ਨਾ, ਤੁਸੀਂ ਉਹਨਾਂ ਨੂੰ ਕਿਸਾਨ ਦੰਗਾਕਾਰੀਆਂ ਨੂੰ ਤੁਸੀਂ ਕਹਿ ਰਹੇ ਆ ਦੇ ਆਰ ਵਾਇਲੈਂਟਸ, ਉਹਦੇ ਬਾਅਦ ਤੁਸੀਂ ਉਹਨਾਂ ਨੂੰ ਡਾਕੂਆਂ ਦੇ ਨਾਲ ਕੰਪੇਅਰ ਕਰ ਰਹੇ ਜੀ। ਪਹਿਲੀ ਗੱਲ ਉਹ ਦੰਗਾਕਾਰੀ ਨਹੀਂ, ਉਹ ਕਿਸਾਨ ਸੀਗੇ। ਕਿਸਾਨ ਜੀ ਸਾਰਿਆਂ ਨੂੰ ਹੱਕ ਹੈਗਾ ਆ 26 ਜਨਵਰੀ ਦੀ ਪਰੇਡ ਹਿੱਸਾ ਲੈਣ ਦਾ। ਬਿਲਕੁਲ ਜ਼ਰੂਰੀ ਨਹੀਂ ਹੈਗਾ ਕਿ ਦੇਖੋ ਜੀ ਜੇ ਅੱਜ ਆਪਣੇ ਸ਼ਹਿਰ ਦੇ ਵਿੱਚ ਸਟੇਡੀਅਮ 'ਚ ਪਰੇਡ ਹੋ ਰਹੀ ਹੈ ਤੇ 100 ਬੰਦਾ ਇਕੱਠਾ ਹੋ ਕੇ ਉਹ ਪਰੇਡ ਨਹੀਂ ਕਰ ਸਕਦਾ। ਬਿਲਕੁਲ ਇਹ ਕੋਈ ਇਲੀਗਲ ਚੀਜ਼ ਨਹੀਂ ਹੈਗੀ, ਕਿਤੇ ਵੀ ਆਈਪੀਆਈ ਜਿਹੜੀ ਐਕਟ ਹੈ ਆਪਣੀ ਉਹਦੇ ਵਿੱਚ ਨਹੀਂ ਲਿਖਿਆ ਗਿਆ। ਉਹਦੇ ਤੇ ਇੱਕ ਮਦਰਾਸ ਤੁਸੀਂ ਦੇਖੋ ਉੱਥੇ ਗਵਰਨਮੈਂਟ ਕਿਹਦੀ ਆ, ਉੱਥੇ ਜੈਲਲਿਤਾ ਵਾਲਿਆਂ ਦੀ ਸਰਕਾਰ ਸੀਗੀ, ਡੀਐਮਕੇ ਦੀ ਗਵਰਨਮੈਂਟ ਆ ਜੀ। ਅਲਾਈਅੰਸ ਪਾਰਟਨਰ ਬੀਜੇਪੀ ਦੀ ਹੈ। 10ਵੀਂ ਦੇ ਬੱਚਿਆਂ ਦੇ ਦਿਮਾਗ ਦੇ ਵਿੱਚ ਤੁਸੀਂ ਪਾ ਕੀ ਰਹੇ ਆ। ਬਿਲਕੁਲ ਮਦਰਾਸ ਇੱਕ ਦੇਖੋ ਜਿਨ੍ਹਾਂ ਨੂੰ ਪੰਜਾਬੀ ਲੈਂਗੁਏਜ, ਪੰਜਾਬੀਅਤ ਜਾਂ ਪੰਜਾਬੀ ਬਾਰੇ ਕੋਈ ਨੌਲੇਜ ਨਹੀਂ ਹੈਗੀ, ਉੱਥੋਂ ਦੇ ਬੱਚਿਆਂ ਨੂੰ ਤੁਸੀਂ ਦੱਸ ਰਹੇ ਆ ਕਿ ਜੋ ਪੰਜਾਬ 'ਚ ਦੇ ਲੋਕਾਂ ਨੇ ਜਾਂ ਜੋ ਕਿਸਾਨਾਂ ਨੇ ਦਿੱਲੀ 'ਚ ਕੀਤਾ ਉਹ ਵਾਇਲੈਂਟ ਆ। ਤੁਸੀਂ ਇੱਕੋ ਦੇਸ਼ ਦੇ ਵਿੱਚ ਦੋ ਸਟੇਟਾਂ ਦੇ ਵਿੱਚ ਆਪਸ ਦੇ ਵਿੱਚ ਕਹਿ ਲਓ ਕਿ ਫਰਕ ਪਾ ਰਹੇ ਕਿ ਸਾਡੇ ਐਜੂਕੇਸ਼ਨ ਸਿਸਟਮ ਦਾ ਕੰਮ ਇਹ ਹੈ ਜੀ ਕਿ ਤੁਸੀਂ ਬੱਚਿਆਂ ਦੇ ਦਿਮਾਗ ਦੇ ਵਿੱਚ ਆਪਣੀ ਨਫ਼ਰਤ ਪੈਦਾ ਕਰੋ। ਤੁਸੀਂ ਇਹ ਦੇਖੋ ਕਿ ਕੀ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਤੁਸੀਂ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਗਾਈਡ ਕੀ ਕਰ ਰਿਹਾ ਉਹਨਾਂ ਨੂੰ। ਬੇਸਿਕ ਮੈਂ ਤੁਹਾਨੂੰ ਹੋਰ ਦੱਸਦਾ ਕਿ ਜਿਹੜੀ ਐਜੂਕੇਸ਼ਨ ਵੀ ਹੁੰਦੀ ਹੈ ਨਾ ਜੀ, ਇਹ ਸਾਡੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਇੱਕ ਕਨਕਰੈਂਟ ਲਿਸਟ ਹੁੰਦੀ ਜਿਹਦੇ ਵਿੱਚ ਸਟੇਟ ਤੇ ਸੈਂਟਰ ਇਕੱਠੇ ਹੋ ਕੇ ਇਹ ਲਿਸਟ ਬਣਾਉਂਦੇ ਆ ਕਿ ਇਹ 'ਚ ਜੋ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਉਹ ਕੀ ਪੜ੍ਹਾਇਆ ਜਾਵੇਗਾ। ਸੋ ਇਹਦੇ ਵਿੱਚ ਕਿਤੇ ਨਾ ਕਿਤੇ ਸੈਂਟਰ ਦਾ ਰੋਲ ਹੋਵੇ ਨਹੀਂ ਹੋਵੇ ਇਹ ਤਾਂ ਓਬਵੀਅਸ ਆ ਕਿ ਆਪਾਂ ਦੇਖ ਸਕਦੇ ਹਾਂ। ਈਵਨ ਡੀਏਵੀ ਇੱਕ ਏਡੀ ਵੱਡੀ ਸੰਸਥਾ ਆ, ਆਲਰੇਡੀ ਆਪਾਂ ਦੇਖਿਆ ਕਿੱਡੀ ਵੱਡੀ ਸੰਸਥਾ ਕਿ ਉਹਨਾਂ ਦੇ ਜਦੋਂ ਕੁਐਸਚਨ ਸੈਟਅਪ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਕਿਉਂ ਨਹੀਂ ਚੈੱਕ ਕੀਤਾ ਜਾਂਦਾ ਕਿ ਆਪਾਂ ਕੀ ਬੱਚਿਆਂ ਨੂੰ ਪੜ੍ਹਾ ਕੀ ਰਹੇ ਹਾਂ। ਕਿ ਜੇ ਇੱਕ ਦੇਸ਼ ਦੇ ਵਿੱਚ ਆਪਣਾ ਹੱਕ ਮੰਗਣ ਵਾਲਿਆਂ ਨੂੰ ਤੁਹਾਡੇ ਪ੍ਰਧਾਨ ਮੰਤਰੀ ਅੰਦੋਲਨ ਜੀ ਵੀ ਕਹਿ ਰਹੇ ਆ, ਪਰ ਜੀ ਵੀ ਕਹਿ ਰਹੇ ਆ, ਤੇ ਉਹੀ ਚੀਜ਼ਾਂ ਤੁਸੀਂ ਬੱਚਿਆਂ ਦੇ ਦਿਮਾਗ 'ਚ ਪਾ ਰਹੇ। ਸੋ ਮੇਰੇ ਹਿਸਾਬ ਨਾਲ ਤਾਂ
ਬਹੁਤ ਸ਼ਰਮਨਾਕ ਗੱਲ ਹੈ ਜੀ। ਪਰ ਇੱਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਅੰਦੋਲਨ ਹੈ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਬਣ ਚੁੱਕਿਆ ਹੈ ਇਸ ਵੇਲੇ ਦਾ, ਤੇ ਅੱਗੇ ਜਾ ਕੇ ਸਾਨੂੰ ਕਿਤਾਬਾਂ ਦੇ ਵਿੱਚ ਪੜ੍ਹਨ ਨੂੰ ਮਿਲਿਆ ਕਰੂਗਾ। ਤੇ ਇੱਕ ਪਾਸੇ ਜਦੋਂ ਇਹ ਅੰਦੋਲਨ ਹਜੇ ਚੱਲ ਰਿਹਾ ਆ ਤੇ ਉੱਥੇ ਹੀ ਸਕੂਲਾਂ ਦੇ ਵਿੱਚ ਇਦਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ ਕਿ ਦੰਗਾ ਕਰਨ ਵਾਲੇ ਕਿਹਾ ਜਾ ਰਿਹਾ ਹੈ ਨਾ, ਦੰਗਾਕਾਰੀ ਕਿਹਾ ਜਾ ਰਿਹਾ ਹੈ। ਸਾਫ਼ ਸ਼ਬਦਾਂ ਦੇ ਵਿੱਚ ਕਿਸਾਨਾਂ ਨੂੰ ਦੰਗਾਕਾਰੀ ਕਿਹਾ ਜਾ ਰਿਹਾ। ਦੰਗਾਕਾਰੀ ਕਿਹਾ। ਦੇਖੋ ਕਿਉਂਕਿ ਜਦੋਂ ਦੇਖੋ ਜਿਹੜੇ ਤੁਹਾਡਾ ਲੀਡਰ ਹੁੰਦੇ ਆ ਨਾ ਜੀ, ਉਹ ਤੁਹਾਡੀ ਸੋਸਾਇਟੀ ਦਾ ਮਿਰਾਜ ਹੈ, ਕਹ ਲਓ ਅਕਸ ਹੁੰਦੇ ਆ। ਬਿਲਕੁਲ। ਜੇ ਅੱਜ ਸਾਡੇ ਪ੍ਰਧਾਨ ਮੰਤਰੀ ਦੀ ਇਹ ਸੋਚ ਹੈ ਕਿ ਜਿਹੜੇ ਆਪਣਾ ਅੰਦੋਲਨ ਮੰਗ ਕਰਦੇ ਆ ਜਾਂ ਆਪਣਾ ਹੱਕ ਮੰਗਦੇ ਉਹ ਪਰਜੀਵੀ ਆ ਜਾਂ ਅੰਦੋਲਨਜੀਵੀ ਆ, ਸੋ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਮੈਜੋਰਿਟੀ ਆਫ ਜਿਹੜੇ 16% ਲੋਕਾਂ ਨੇ ਉਹਨੂੰ ਇੰਡੀਆ ਦੇ ਨੇ ਵੋਟਾਂ ਪਾਈਆਂ, 16% ਲੋਕ ਇਹ ਸੋਚਦੇ ਆ ਜੀ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਸੋਚ, ਆਪਣੀ ਆਈਡੀਓਲੋਜੀ ਬਦਲਣੀ ਪੈਣੀ ਹੈ ਜੀ। ਬਿਲਕੁਲ। ਤੇ ਜੇ ਅਸੀਂ ਬੱਚਿਆਂ ਦੇ ਵਿੱਚ ਇਹ ਬੀਜ ਪਾ ਰਹੇ ਹਾਂ, ਬੀਜ ਪੈਦਾ ਕਰ ਰਹੇ ਹਾਂ ਹੁਣੀ, ਤੇ ਉਹ ਆਪ ਲੋਕ ਕਿੱਥੇ ਜਾਣਗੇ ਜੀ ਕੱਲ੍ਹ? ਬਿਲਕੁਲ। ਕਿ ਇੱਕ ਬੱਚਾ ਜਿਹੜਾ 10ਵੀਂ 'ਚ ਲੱਗੇ ਕਿ ਹਾਂ ਯਾਰ ਕਿਸਾਨ ਨਹੀਂ ਹੈਗੇ, ਇਹ ਤਾਂ ਆਪਣੇ ਕਹਿ ਲਓ ਕਿ ਦੰਗਾਕਾਰੀ ਹੈ। ਬਿਲਕੁਲ। ਕੀ ਇੱਕ ਉਹ ਕਦੀ ਐਗਰੀਕਲਚਰ ਯੂਨੀਵਰਸਿਟੀ 'ਚ ਐਡਮਿਸ਼ਨ ਲੈਣਗੇ? ਨਹੀਂ। ਕੀ ਉਹ ਕਦੀ ਸੋਚਣਗੇ ਕਿ ਐਗਰੀਕਲਚਰ ਸਾਇੰਟਿਸਟ ਬਣਨਾ ਹੈ ਜਾਂ ਅਸੀਂ ਫਾਰਮਰ ਬਣਨ ਦੀ ਤਾਂ ਗੱਲ ਹੀ ਮੈਂ ਸਾਈਡ 'ਤੇ ਕਰ ਦੇਵਾਂ, ਕਿਉਂਕਿ ਉਹਨਾਂ ਨੂੰ ਲੱਗਣਾ ਕਿ ਜਿਹਨਾਂ ਨਾਲ ਸਾਡੀ ਡੀਲਿੰਗ ਹੋਣੀ ਉਹ ਤਾਂ ਹੈ ਹੀ ਦੰਗਾਕਾਰੀ। ਬਿਲਕੁਲ। ਤੁਸੀਂ ਇੱਕ ਪੂਰੇ ਦਾ ਪੂਰਾ ਸੈਕਟਰ ਨੂੰ ਬਦਨਾਮ ਕਰ ਰਹੇ ਹੋ। ਇੱਕ ਦੇਖਿਆ ਜਾਵੇ, ਤੁਸੀਂ ਤੁਹਾਡੀ ਪਾਪੂਲੇਸ਼ਨ 80% ਤੁਹਾਡੇ ਦੇਸ਼ ਦੇ ਵਿੱਚ ਜਿਹੜੇ ਕਿਸਾਨ ਆ, ਤੁਸੀਂ ਉਹਨਾਂ ਸਾਰਿਆਂ ਨੂੰ ਬਦਨਾਮ ਕਰ ਰਹੇ ਹੋ ਜੀ। ਤੇ ਉਹਨਾਂ ਨੂੰ ਬਦਨਾਮ ਕਰਨ ਦੇ ਕਾਰਨ ਨਾਲ ਉਹਨਾਂ ਨੂੰ ਇੱਕ ਕਹਿ ਲਓ ਕਿ ਇੱਕ ਪ੍ਰੋਪਰ ਸੋਸਾਇਟੀ ਦੇ ਇੱਕ ਕਾਰਨਰ ਦੇ ਕੇ ਲੈ ਕੇ ਖੜਾ ਕਰ ਰਹੇ। ਤੇ ਪੂਜਾ ਜੀ, ਤੁਸੀਂ ਇੱਕ ਗੱਲ ਕੀਤੀ ਸੀ ਕਿ ਬਾਈ ਜੀ ਪੜ੍ਹੇ ਲਿਖੇ ਕਿਸਾਨ ਨੇ, ਬਿਲਕੁਲ ਠੀਕ ਗੱਲ ਕੀਤੀ ਸੀ। ਤੇ ਇਹਦੇ ਨਾਲ ਬਾਈ ਜੀ ਇੱਕ ਹੋਰ ਸਵਾਲ ਨਿਕਲਦਾ ਕਿ ਉੱਥੇ ਜਿਹੜੀ ਗੋਦੀ ਮੀਡੀਆ ਉਹ ਕਹਿ ਰਿਹਾ ਕਿ ਇਹ ਕਿਸਾਨ ਨਹੀਂ, ਇਹ ਤਾਂ ਬ੍ਰਾਂਡਡ ਕੱਪੜੇ ਪਾ ਰਹੇ ਨੇ, ਇਹ ਵਧੀਆ ਸ਼ੂਜ਼ ਪਾ ਰਹੇ ਨੇ, ਇਹ ਪੀਜ਼ੇ ਖਾ ਰਹੇ ਨੇ। ਇਹਦੇ ਬਾਰੇ ਤੁਸੀਂ ਕੀ ਟਿੱਪਣੀ ਕਰਨਾ ਚਾਹੋਗੇ? ਦੇਖੋ, ਕਰਨੇ ਵਧੀਆ ਗੱਲ ਹੈ, ਆਪਣੀ ਕਹਿ ਲਓ ਕਿ ਖੂਨ ਪਸੀਨੇ ਦੀ ਕਮਾਈ ਹੈ ਜੀ। ਕਿਉਂਕਿ ਪੰਜਾਬੀ ਆ, ਪੰਜਾਬੀ ਨੂੰ ਆਪਣੀ ਜ਼ਿੰਦਗੀ ਜੀਣ ਦਾ ਪਤਾ ਕਿੱਦਾਂ ਜੀ ਜਾਂਦੀ ਹੈ। ਬਿਲਕੁਲ। ਠੀਕ ਹੈ। ਅਸੀਂ ਕਹਿ ਲਓ ਕਿ ਉਹ ਕੁਦਰਤ ਦੀ ਉਸ ਨਿਯਮ ਨੂੰ ਮੰਨਦੇ ਆ ਜੀ ਕਿ ਜ਼ਿੰਦਗੀ ਜੀਣਾ ਹੈ, ਜੀ ਕੇ ਜਾਵਾਂਗੇ। ਬਿਲਕੁਲ। ਜੇ ਬ੍ਰਾਂਡਡ ਕੱਪੜੇ ਪਾਉਨੇ ਆ ਤੇ ਹਾਂ ਜੀ ਪਾਉਨੇ, ਬਿਲਕੁਲ ਪਾਉਨੇ ਆ ਜੀ। ਤੇ ਕਿਉਂਕਿ ਗੱਲ ਇਹ ਹੈ ਕਿ ਇਹੀ ਗੱਲ ਦੀ ਤਾਂ ਲੜਾਈ ਆ। ਹਾਂ। ਤੇ ਸਾਡੇ ਦੇਸ਼ ਦੇ ਜਿੱਦਾਂ ਕਹਿ ਲਈ ਕਿ ਜਿਹੜੇ ਬਾਕੀ ਹੋਣਾ ਜਿਹੜੇ ਕਾਨੂੰਨ ਬਣਾ ਰਹੇ, ਖਿਜ ਵੀ ਇਸ ਗੱਲ ਦੀ ਹੈ ਨਾ ਜੀ। ਹਾਂ। ਕਿ ਪੰਜਾਬੀਆਂ ਦਾ ਲਿਵਿੰਗ ਸਟੈਂਡਰਡ ਸਾਡੇ ਤੋਂ ਉੱਪਰ ਕਿੱਦਾਂ, ਜਦ ਜ਼ਮੀਨ ਉਹਨਾਂ ਦੀ ਹੈਗੀ ਹੈ 2% ਵੀ ਨਹੀਂ ਹੈਗੀ। ਬਿਲਕੁਲ। ਸੋ ਗੱਲਾਂ ਬਹੁਤ ਹੈਗੀਆਂ ਜੀ ਇਹਨਾਂ ਜੀ। ਤੇ ਹੁਣ ਅੱਗੇ ਵਧਦੇ ਹਾਂ, ਥੋੜਾ ਜਿਹਾ ਗੱਲ ਕਰਦੇ ਹਾਂ ਕਿ ਜਿੱਦਾਂ ਆਜ਼ਾਦੀ ਤੋਂ ਪਹਿਲਾਂ ਵੀ ਅੰਦੋਲਨ ਹੋਏ ਨੇ, ਤੇ ਇੱਕ ਅੰਦੋਲਨ ਦੀ ਗੱਲ ਕਰਦੇ ਹਾਂ 1907 ਦੇ ਵਿੱਚ ਪਗੜੀ ਸੰਭਾਲ ਜੱਟਾਂ ਅੰਦੋਲਨ ਹੋਇਆ ਸੀ। ਸਰਦਾਰ ਅਜੀਤ ਸਿੰਘ, ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਨੇ ਉਸ ਦੀ ਵਾਂਗਡੋਰ ਸੰਭਾਲੀ ਸੀ, ਤੇ 23 ਫਰਵਰੀ ਨੂੰ ਉਹਨਾਂ ਦਾ ਜਨਮ ਦਿਵਸ ਵੀ ਹੈ। ਉਹਨਾਂ ਦੇ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਵੀਰ ਨੇ ਜਿਹੜੀ ਗੱਲ ਕੀਤੀ, ਪੜ੍ਹੇ ਲਿਖੇ ਕਿਸਾਨ, ਸਰਦਾਰ ਅਜੀਤ ਸਿੰਘ ਨੂੰ 40 ਭਾਸ਼ਾਵਾਂ ਆਉਂਦੀਆਂ ਸੀ ਤੇ ਅੱਜ ਤੋਂ 100 ਕਿੰਨੇ ਸਾਲ ਲਾ ਲਓ, 13 ਸਾਲ ਪਹਿਲਾਂ। ਬਿਲਕੁਲ। ਠੀਕ ਹੈ ਜੀ। ਜਿਹੜਾ ਪੜ੍ਹਨਾ ਕਹਿ ਲਈਏ ਜਾਂ ਆਪਣੀ ਜ਼ਿੰਦਗੀ ਜੀਣਾ, ਉਹ ਤਾਂ ਬੰਦੇ ਦੀ ਚੁਆਇਸ ਹੁੰਦੀ ਹੈ। ਉਹ ਤੁਹਾਡੇ DNA, ਤੁਹਾਡੇ ਖੂਨ 'ਚ ਹੁੰਦੀ ਹੈ ਜੀ। ਸੋ ਉਹ ਜਦੋਂ ਸਰਦਾਰ ਅਜੀਤ ਸਿੰਘ ਨੇ ਇਹ ਅੰਦੋਲਨ ਸ਼ੁਰੂ ਕੀਤਾ ਸੀਗਾ, ਉਦੋਂ ਵੀ 3 ਕਾਨੂੰਨ ਆਏ ਸੀ। ਉਦੋਂ ਗੋਰਿਆਂ ਨੇ ਇੱਕ ਕਲੋਨੀਅਲ ਕਾਨੂੰਨ ਬਣਾਇਆ ਸੀਗਾ ਜੀ। ਉਹ 'ਚ ਕੀ ਕੀਤਾ ਸੀ ਜੀ, ਉਹਨਾਂ ਨੇ ਝੇਲਮ ਦੇ ਵਿੱਚੋਂ ਜੀ ਚਨਾਬ ਦੇ ਵਿੱਚੋਂ ਉਹਨਾਂ ਨੇ ਇੱਕ ਨਹਿਰ ਕੱਢੀ ਸੀ, ਬੇਸਦੁਆਬ ਨਹਿਰ। ਇਹਨੂੰ ਪਾਕਿਸਤਾਨ ਦੇ ਵਿੱਚ ਲੈ ਕੇ ਜਾ ਕੇ ਜਿਹੜੀ ਬੇਆਵਾਨ ਜ਼ਮੀਨਾਂ ਸੀਗੀਆਂ, ਜਿਹੜਾ ਅੱਜ ਸਾਡਾ ਪੰਜਾਬ ਜਿਹੜਾ ਪਾਕਿਸਤਾਨ 'ਚ ਹੈ, ਉੱਥੇ ਜਾ ਕੇ ਉਹਨਾਂ ਨੇ ਕੀ ਕਿਹਾ ਸੀ ਕਿ ਜਿੰਨੇ ਐਕਸ ਸਰਵਿਸਮੈਨ ਦੁਆਬੇ ਦੇ ਵਿੱਚ ਹੈਗੇ ਆ, ਉਹਨਾਂ ਨੇ ਇੱਕ ਆਫਰ ਦਿੱਤੀ ਕਿ ਤੁਸੀਂ ਉੱਥੇ ਜਾ ਕੇ ਜ਼ਮੀਨਾਂ ਨੂੰ ਵਸਾਓ, ਉਪਜਾਊ ਕਰੋ, ਤੇ ਅਸੀਂ ਤੁਹਾਨੂੰ ਫ੍ਰੀ ਜ਼ਮੀਨਾਂ ਅਲਾਟ ਕਰਦੇ ਹਾਂ। ਉਹਨਾਂ ਨੇ ਇੱਥੋਂ ਜਾ ਕੇ ਆਪਣਾ ਸਭ ਕੁਝ ਛੱਡ ਕੇ, ਫ੍ਰੀ ਜ਼ਮੀਨਾਂ ਮਿਲਦੀਆਂ ਸੀ, ਉੱਥੇ ਜਾ ਕੇ ਉੱਥੇ ਹੱਡ ਚੀਰਵੀਂ ਕਹਿ ਲਓ ਕਿ ਮਿਹਨਤ ਕੀਤੀ ਜੀ। ਉਹਨਾਂ ਨੂੰ ਪੂਰਾ ਸੈੱਟ ਕਰਨ ਦੇ ਬਾਅਦ ਜਦੋਂ ਉੱਥੇ ਵਧੀਆ ਫਸਲ ਹੋਣ ਲੱਗ ਪਈ, ਤੇ ਗੋਰਿਆਂ ਨੇ ਕਾਨੂੰਨ ਬਣਾ ਦਿੱਤਾ ਕਿ ਜਿਹੜੀ ਇਹ ਜ਼ਮੀਨ ਆ, ਇਹ ਜਦੋਂ ਤੁਹਾਡੇ ਬਾਅਦ ਤੁਹਾਡੇ ਬੱਚੇ ਨੂੰ ਜਿਹੜਾ ਜੇਠਾ ਪੁੱਤ ਹੋਊਗਾ ਉਹਨੂੰ ਮਿਲੂਗੀ, ਤੇ ਉਹਦੀ ਡੈਥ ਦੇ ਬਾਅਦ ਜੇ ਉਹ ਇੱਕ ਉਮਰ ਤੱਕ ਉਹਦੀ ਡੈਥ ਹੋ ਜਾਂਦੀ ਆ, ਤੇ ਇਹ ਤੇ ਜਿਹੜਾ ਹੱਕ ਆ ਉਹ ਸਾਡੀ ਗੋਰਿਆਂ ਦੀ ਸਰਕਾਰ ਦਾ ਸਿੱਧਾ ਹੀ। ਉਹਦੇ ਬਾਅਦ ਜਿਨ੍ਹਾਂ ਨੂੰ ਉਹਨਾਂ ਨੂੰ ਮਾਲਕ ਬਣਾ ਕੇ ਭੇਜਿਆ ਸੀਗਾ, ਉਹਨਾਂ ਨੂੰ ਕ੍ਰੌਪ ਸ਼ੇਅਰਰ ਬਣਾ ਦਿੱਤਾ ਕਿ ਤੁਸੀਂ ਇੰਨੀ ਫਸਲ ਬੀਜੋਗੇ, ਇੰਨੀ ਫਸਲ 'ਚੋਂ ਸਾਡਾ ਇੰਨਾ ਹਿੱਸਾ ਹੋਊਗਾ। ਉਹ 'ਤੇ ਟਕਾ ਲਾ ਦਿੱਤਾ ਜਿੱਦਾਂ। ਸੋ ਉਸ ਅੰਦੋਲਨ ਦੇ ਬਾਅਦ ਉੱਥੋਂ ਇੱਕ ਅੰਦੋਲਨ ਫਿਰ ਸ਼ੁਰੂ ਕੀਤਾ ਗਿਆ ਸੀਗਾ, ਤੇ ਉਹਦਾ ਅੰਦੋਲਨ ਦਾ ਨਾਮ ਵੀ ਪਗੜੀ ਸੰਭਾਲ ਜੱਟਾ ਹੋਇਆ ਸੀਗਾ। ਉਹ ਅਸਲ 'ਚ ਕੀ ਹੋਇਆ ਸੀ ਕਿ ਬਾਂਕੇ ਦਿਆਲ ਜੀ ਹੋਏ, ਇੱਕ ਪੰਜਾਬ ਦੇ ਬਹੁਤ ਵੱਡੇ ਸ਼ਾਇਰ ਹੋਏ, ਉਹ ਵੀ ਇੱਕ ਐਕਸ ਸਰਵਿਸਮੈਨ ਸੀਗੇ।
ਉਹਨਾਂ ਨੇ ਉਹ ਜਦੋਂ ਇੱਥੇ ਪੋਇਮ ਬੋਲੀ ਆ ਕੇ, ਤੇ ਉਹ ਇੰਨੀ ਕੁ ਫੇਮਸ ਹੋ ਗਈ ਕਿ ਉਹ ਜਿਹੜੀ ਮੂਵਮੈਂਟ ਸੀ ਉਸ ਤੋਂ ਚੱਲ ਪਈ ਜੀ। ਤੇ ਸਰਦਾਰ ਅਜੀਤ ਸਿੰਘ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਕਿ ਉਹਨਾਂ ਨੇ ਇੱਕ ਰੈਲੀ ਦੇ ਵਿੱਚ, ਆਈ ਥਿੰਕ ਲੈਲਪੁਰ 'ਚ ਰੈਲੀ ਹੋਈ ਸੀ, ਉਹ 'ਚ ਉਹਨਾਂ ਨੇ ਕਾਫੀ ਗਰਮ ਜੋਸ਼ੀ ਦੇ ਨਾਲ ਕੁਝ ਸਰਕਾਰ ਨੂੰ ਵੰਗਾਰਿਆ ਸੀਗਾ। ਜਿਸ ਤਰੀਕੇ ਅੱਜ ਤੁਸੀਂ ਸੁਣਿਆ ਹੋਣਾ ਹੈ ਕਿ ਅੱਜ 113 ਸਾਲਾਂ ਬਾਅਦ ਸਾਡੇ ਜਥੇਬੰਦੀਆਂ ਲੀਡਰ ਕਹਿ ਰਹੇ ਕਿ ਜਿਹੜੇ ਆਹ ਝੰਡਿਆਂ 'ਚ ਡੰਡੇ ਪਾਏ ਹੋਏ ਆ ਇਹ ਸਰਕਾਰ ਲਈ ਪਾਏ ਹੋਏ ਆ। ਉਹ ਸੇਮ ਜਦੋਂ ਉਹਨਾਂ ਨੇ ਇਹ ਗੱਲਾਂ ਕੁਝ ਉੱਥੇ ਕੀਤੀਆਂ ਸਟੇਜ ਤੇ ਉਹਨਾਂ ਤੇ ਉਹੀ ਸੇਮ ਐਕਟ ਜੋ ਅੱਜ ਦੀਆਂ ਸਰਕਾਰਾਂ ਸਾਡੇ ਜਿਹੜੇ ਕੋਈ ਗਵਰਨਮੈਂਟ ਦੇ ਖਿਲਾਫ ਬੋਲ ਰਿਹਾ ਆ ਉਹ ਲਗਾਇਆ, ਉਸੇ ਤਰੀਕੇ ਉਹਨਾਂ ਤੇ ਲਾ ਦਿੱਤਾ ਸੀਗਾ ਜੀ। ਤੇ ਉਹਨਾਂ ਨੂੰ ਕਾਲੇ ਪਾਣੀ ਭੇਜਿਆ ਗਿਆ ਸੀ ਉਹਦੇ ਬਾਅਦ ਜੀ। ਸੋ ਕਹਿਣ ਵਾਲਾ ਕਿ ਸਮੇਂ ਬਦਲ ਗਏ, ਸਰਕਾਰਾਂ ਬਦਲ ਗਈਆਂ ਜੀ। ਕਿਸਾਨਾਂ ਨਾਲ ਜਿਹੜੇ ਧੱਕੇ ਅੱਜ ਵੀ ਉਦਾਂ ਆ। ਬਿਲਕੁਲ ਉਹੀ 3 ਕਾਨੂੰਨ ਉਦੋਂ ਸੀਗੇ, 3 ਕਾਨੂੰਨ ਅੱਜ ਆ। ਜੀ। ਪਰ ਉਦੋਂ ਗਵਰਨਮੈਂਟ ਸਮਝ ਗਈ ਸੀ ਕਿ ਜੇ ਕਿਸਾਨਾਂ ਦੇ ਨਾਲ ਇਹਨਾਂ ਧੱਕਾ ਕੀਤਾ ਜਾਵੇ ਤੇ ਜਿਹੜੀ ਆਰਮੀ ਆ ਜਾਂ ਉਦੋਂ ਉਹ ਕਿਤੇ ਨਾ ਕਿਤੇ ਮਿਊਟਨੀ ਚ ਆ ਜਾਊਗੀ ਜੀ। ਤੇ ਉਹਨਾਂ ਨੇ ਉਸੇ ਸਾਲ ਇਹ ਕਾਨੂੰਨ ਵਾਪਸ ਲੈ ਲਏ ਸੀਗੇ ਜੀ। ਪਰ ਅੱਜ ਦੀ ਸਰਕਾਰ ਇੱਕ ਡੈਮੋਕ੍ਰੈਟਿਕ ਸਰਕਾਰ ਹੈ, ਪਰ ਉਹ ਇਹ ਚੀਜ਼ ਨੂੰ ਸਮਝਣ ਲਈ ਤਿਆਰ ਨਹੀਂ ਹੈਗੀ ਜੀ। ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਜਿਹੜੇ ਫਾਰਮਿੰਗ ਰਿਫਾਰਮਸ ਦੇ ਵਿੱਚ। ਜੀ। ਤੇ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਜਾਰੀ ਰੱਖਾਂਗੇ। ਇੱਥੇ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੁੰਦੇ ਹਾਂ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ। ਤੇ ਗੱਲ ਪੰਜਾਬ ਦੀ ਵਿੱਚ ਅੱਜ ਸਾਡੇ ਨਾਲ ਸਾਡੇ ਮਹਿਮਾਨ ਜੁੜੇ ਹੋਏ ਨੇ ਜਸਪ੍ਰੀਤ ਸਿੰਘ ਦਇਆ ਜੀ। ਬਾਈ ਜੀ, ਇੱਕ ਹੋਰ ਕੰਗਣਾ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ। ਕੰਗਣਾ ਨੇ ਸਾਡੇ ਕਿਸਾਨਾਂ ਨੂੰ ਵੀ ਮੰਦਾ ਬੋਲਿਆ, ਸਾਡੀਆਂ ਬੀਬੀਆਂ ਨੂੰ ਵੀ ਮੰਦਾ ਬੋਲਿਆ। ਤੇ ਇੱਕ ਨਵਾਂ ਟਵੀਟ ਆਇਆ ਉਹਨਾਂ ਦਾ, ਉਹਦੇ ਵਿੱਚ ਕਹਿ ਰਹੀ ਹੈ ਕਿ ਜਿਹੜੇ ਮੇਰੇ ਪਿਤਾ ਜੀ ਸੀ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਤੇ ਮੈਂ ਇਸ ਗੱਲ ਦਾ ਵਿਰੋਧ ਕੀਤਾ ਤੇ ਮੈਂ ਸਕੂਲ ਜਾਣੋਂ ਹਟ ਗਈ। ਤੇ ਉਸ ਤੇ ਗੁੱਸੇ ਹੁੰਦੇ ਹੋਏ ਮੇਰੇ ਤੇ ਥੱਪੜ ਮਾਰਿਆ ਤੇ ਮੈਂ ਆਪਣੇ ਪਿਤਾ ਜੀ ਦਾ ਹੱਥ ਫੜ ਲਿਆ ਤੇ ਮੈਂ ਕਿਹਾ ਕਿ ਜੇ ਤੁਸੀਂ ਮੇਰੇ ਥੱਪੜ ਮਾਰੋਗੇ ਤੇ ਮੈਂ ਉਲਟਾ ਤੁਹਾਡੇ ਥੱਪੜ ਮਾਰੂੰਗੀ। ਇਸ ਬਾਰੇ ਕੀ ਕਹਿਣਾ ਚਾਹੋਗੇ? ਇਸ ਬਾਰੇ ਤਾਂ ਜੀ ਮੈਂ ਤਾਂ ਉਹਦੇ ਸੰਸਕਾਰਾਂ ਦੀ ਹੀ ਗੱਲ ਕਰ ਸਕਦਾ ਕਿ ਉਹਨੂੰ ਕਿੰਨੇ ਕੁ ਸੰਸਕਾਰ ਹੋਣਗੇ। ਰਿਬੈਲੀਅਨ ਹੋਣਾ ਚੰਗਾ ਹੁੰਦਾ ਹੈ, ਪਰ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ, ਜਿਨ੍ਹਾਂ ਨੇ ਤੁਹਾਨੂੰ ਸੰਸਕਾਰ ਦੇਣੇ ਆ, ਤੁਸੀਂ ਉਹਨਾਂ ਦੇ ਹੀ ਉਲਟ ਚੱਲੋਗੇ ਤੇ ਉਹ ਕਿੰਨਾ ਕੁ ਸਹੀ ਹੈ ਕਿੰਨਾ ਗਲਤ ਹੈ, ਤੇ ਇਸ ਤੋਂ ਵੱਧ ਉਹਦੇ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਸੋ ਮੇਰੇ ਹਿਸਾਬ ਨਾਲ ਤਾਂ ਆਫ ਟੌਪਿਕ ਹੀ ਹੈ ਜੀ ਉਹ। ਜੀ। ਹਾਂਜੀ। ਪਰ ਲਗਾਤਾਰ ਉਹ ਵਿਰੋਧ ਕਰਦੀ ਹੋਈ ਨਜ਼ਰ ਆਈ ਹੈ। ਕਿਸਾਨ ਅੰਦੋਲਨ ਦੇ ਵਿੱਚ ਵੀ ਕਾਫੀ ਚਰਚਾ ਦੇ ਵਿੱਚ ਰਹੇ ਨੇ ਉਹਦੇ ਟਵੀਟ ਨਾ। ਤੇ ਉਸ ਤੋਂ ਬਾਅਦ ਹੁਣ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਆ। ਚਲੋ ਬੇਗਾਨਿਆਂ ਤੋਂ ਤਾਂ ਕੀ ਉਮੀਦ ਕਰੀਏ, ਸਾਡੇ ਆਪਣੇ ਘਰ ਦੀ ਗੱਲ ਕਰ ਲੈਂਦੇ ਆ ਕਿ ਸਾਡੇ ਹੀ ਪੰਜਾਬੀਆਂ ਨੇ ਵੋਟਾਂ ਦੇ ਕੇ ਜਿਤਵਾਇਆ ਸੀ ਸਨੀ ਦਿਓਲ ਨੂੰ, ਤੇ ਧਰਮਿੰਦਰ ਸਾਡੇ ਹੀ ਪੰਜਾਬ ਦੇ ਨੇ। ਜਦ ਉਹੀ ਨਹੀਂ ਬੋਲੇ ਤੇ ਜਦ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਸੀ, ਖੁਦ ਕਿਸਾਨ ਰਹੇ ਨੇ, ਪੰਜਾਬ ਦੇ ਨਾਲ ਰਿਲੇਟਡ ਨੇ, ਪੰਜਾਬ ਦੇ ਵਿੱਚ ਰਹੇ ਨੇ, ਜੰਮੇ ਪਲੇ ਨੇ, ਖੁਦ ਕਿਸਾਨੀ ਵੀ ਕਰਦੇ ਨੇ। ਅਕਸਰ ਉਹਨਾਂ ਦੀਆਂ ਵੀਡੀਓ ਜਿਹੜੀਆਂ ਆਪਾਂ ਦੇਖਦੇ ਸੋਸ਼ਲ ਮੀਡੀਆ ਤੇ, ਖੁਦ ਵੀ ਖੇਤੀਬਾੜੀ ਕਰਦੇ ਨੇ, ਪਰ ਕਿਸਾਨਾਂ ਦੇ ਪੱਖ ਵਿੱਚ ਨਹੀਂ ਕੁਝ ਬੋਲੇ। ਦੇਖੋ ਗੱਲ ਇਦਾਂ ਕਿ ਅਸੀਂ ਆਪਣੇ ਨਾ ਹੀਰੋ ਬਹੁਤ ਛੇਤੀ ਲੱਭ ਲੈਂਦੇ ਹਾਂ। ਪੰਜਾਬੀਆਂ ਦੀ ਇੱਕ ਆਦਤ ਹੈ ਕਿ ਅਸੀਂ ਬਹੁਤ ਛੇਤੀ ਕਹਿ ਲਈ ਕਿ ਆਪਾਂ ਇੱਕ ਲੀਡਰਲੈਸ ਕੌਮ ਆ। ਕਿਉਂਕਿ ਸਾਡੇ ਸ਼ੁਰੂ ਤੋਂ ਤੁਸੀਂ ਦੇਖਿਆ ਹੋਵੇ, ਜਦੋਂ ਦਾ ਇਤਿਹਾਸ ਲਿਖਿਆ ਜਾਂਦਾ ਹੈ, ਸਾਡੀਆਂ ਫੋਕਲੋਰਸ ਕਾਹਦੀਆਂ ਹੈ। ਅਸੀਂ ਕਦੀ ਰਾਜਿਆਂ ਦੀਆਂ, ਮਹਾਰਾਜਿਆਂ ਦੀਆਂ ਬਿਲਕੁਲ ਜਾਂ ਕਵੀਆਂ ਦੀ ਗੱਲਾਂ ਨਹੀਂ ਕਰਦੇ, ਨਾ ਸੰਤਾਂ ਦੀ ਗੱਲਾਂ ਕਰਦੇ। ਸਾਡੇ ਸ਼ੁਰੂ ਤੋਂ ਸਾਡੇ ਨਾਇਕ ਕੌਣ ਹੋਇਆ ਸਾਡੀਆਂ ਫੋਕਲੋਰਸ ਦੇ ਵਿੱਚ? ਹੀਰ ਰਾਂਝਾ, ਸੱਸੀ ਪੰਨੂ, ਸੋਹਣੀ ਮਹਿਬਾਲ, ਠੀਕ ਹੈ ਜੀ, ਮਿਰਜ਼ਾ ਸਾਹਿਬਾ। ਤੁਸੀਂ ਫਿਰ ਦੂਸਰੇ ਪਾਸੇ ਆ ਜਾਓ, ਜੱਗਾ ਡਾਕੂ, ਠੀਕ ਹੈ ਜੀ, ਜਿਉਣਾ ਮੋੜ, ਠੀਕ ਹੈ ਜੀ। ਸਾਡੇ ਸ਼ੁਰੂ ਤੋਂ ਜਿਹੜਾ ਫੋਕਲੋਰ ਹੈ ਨਾ, ਅਸੀਂ ਇਹਨਾਂ ਦੇ ਵਿੱਚੋਂ ਲੱਭਦੇ ਹਾਂ ਜੀ। ਸਾਨੂੰ ਹੀਰੋ ਬਹੁਤ ਛੇਤੀ ਲੱਭ ਜਾਂਦੇ ਆ। ਸੋ ਜੇ ਉਹ ਜੋ ਪੜ੍ਹਦੇ ਤੇ ਹੁੰਦਾ, ਸਾਨੂੰ ਤਾਂ ਅਸਲੀਅਤ 'ਚ ਵੀ ਬੰਦਾ ਹੋਈ ਆ। ਤੇ ਬਾਕੀ ਜਿਹੜੀ ਗੱਲ ਇਹ ਹੈਗੀ ਜੀ, ਪੋਲੀਟੀਸ਼ੀਅਨ ਲੋਕ ਨੇ। ਜੇ ਆਪਾਂ ਧਰਮਿੰਦਰ ਦੀ ਵੀ ਗੱਲ ਕਰੀਏ, ਆਪਾਂ ਕਹਿੰਦੇ ਧਰਮਿੰਦਰ ਪੰਜਾਬ ਦਾ ਪੁੱਤ ਹੈ। ਚਲੋ ਸਾਡੇ ਤੋਂ ਬਹੁਤ ਵੱਡੇ ਨੇ, ਬਜ਼ੁਰਗ ਨੇ, ਪਰ ਇਹ ਗੱਲ ਦੇਖੋ ਕਿ ਜਦੋਂ ਤਾਂ ਉਹ ਪੀਕ ਤੇ ਹੁੰਦੇ ਨੇ, ਉਹਨੂੰ ਪੰਜਾਬ ਚੇਤੇ ਨਹੀਂ ਆਉਂਦਾ। ਬਿਲਕੁਲ, ਪੰਜਾਬ ਉਦੋਂ ਹੀ ਚੇਤੇ ਆਉਂਦਾ ਹੈ ਕਿ ਜਦੋਂ ਉਹਦਾ ਕਰੀਅਰ ਖਤਮ ਹੋ ਜਾਂਦਾ। ਠੀਕ ਹੈ ਨਾ। ਮੇਰੀ ਇੱਕ ਤੁਹਾਡੇ ਚੈਨਲ ਰਾਹੀਂ ਇੱਕ ਸੁਨੇਹਾ ਹੈ ਕਿ ਅੱਜ ਤੱਕ ਪੰਜਾਬ ਨੂੰ ਕਦੀ ਲੀਡਰ ਦੀ ਲੋੜ ਨਹੀਂ ਪਈ। ਬੇਸ਼ੱਕ ਉਹ ਅੱਜ ਆਪਾਂ ਕਹਿ ਲਈਏ ਇਹ ਸਨੀ ਦਿਓਲ ਹੋਣੀ ਹੋ ਜਾਣ, ਜਾਂ ਕੋਈ ਬੀਜੇਪੀ ਦਾ ਲੀਡਰ ਹੋ ਜਾਵੇ, ਜਾਂ ਕਿਸੇ ਵੀ ਪਾਰਟੀ ਦਾ ਲੀਡਰ ਹੋ ਜਾਵੇ, ਈਵਨ ਜਥੇਬੰਦੀਆਂ ਲੀਡਰ ਹੋ ਜਾਣ, ਜਾਂ ਦੂਜੇ ਪਾਸੇ ਆਪਾਂ ਯੂਥ ਲੀਡਰਸ ਹੋ ਜਾਣ, ਪਰ ਇਹਨਾਂ ਸਾਰਿਆਂ ਨੂੰ ਪੰਜਾਬ ਦੀ ਲੋੜ ਹੈ। ਸੋ ਇਹ ਹੈ, ਇਹਨਾਂ ਪੰਜਾਬ ਕਰਕੇ ਇਹ ਹੈਗੇ ਆ, ਇਹਨਾਂ ਕਰਕੇ ਪੰਜਾਬ ਨਹੀਂ ਹੈਗਾ। ਵਾਹ। ਸੋ ਮੇਰੀ ਇਹ ਸੋਚ ਹੈ ਜੀ। ਤੇ ਹੁਣ ਗੱਲ ਕਰਦੇ ਹਾਂ ਮੀਡੀਆ ਦੇ ਬਾਰੇ
ਕੀ ਲੱਗਦਾ ਹੈ ਤੁਹਾਨੂੰ ਕਿ ਜਿਹੜਾ ਮੀਡੀਆ, ਗੋਦੀ ਮੀਡੀਆ ਜਿਸ ਨੂੰ ਨਾਮ ਦਿੱਤਾ ਗਿਆ ਆ, ਨੈਸ਼ਨਲ ਮੀਡੀਆ ਨੇ ਬਹੁਤ ਗਲਤ ਦਿਖਾਇਆ ਆ ਕਿਸਾਨ ਅੰਦੋਲਨ ਨੂੰ, ਕਿਸਾਨਾਂ ਨੂੰ, ਤੇ ਕੀ ਲੱਗਦਾ ਹੈ ਕਿ ਇਸ ਦਾ ਕਾਰਨ ਕੀ ਹੈ? ਕਿਉਂਕਿ ਨੈਸ਼ਨਲ ਮੀਡੀਆ ਇੰਡੀਆ ਦੇ ਵਿੱਚ ਹੈ, ਇੰਡੀਆ ਦਾ ਮੀਡੀਆ ਆ, ਔਰ ਮੀਡੀਆ ਹੀ ਜ਼ੁਬਾਨ ਹੁੰਦਾ ਆ ਕਿਸੇ ਵੀ ਦੇਸ਼ ਦਾ, ਤੇ ਜੇਕਰ ਉਹੀ ਇਸ ਤਰ੍ਹਾਂ ਰਿਪਰੈਜ਼ੈਂਟ ਕਰੇਗਾ ਕਿਸੇ ਵੀ ਅੰਦੋਲਨ ਨੂੰ ਜਾਂ ਫਿਰ ਕਿਸੇ ਵੀ ਪੱਖ ਨੂੰ, ਤੇ ਉਸ ਦੇਸ਼ ਦੀ ਛਵੀ ਬਾਹਰਲੇ ਦੇਸ਼ਾਂ ਤੇ ਕੀ ਪੈ ਸਕਦੀ ਹੈ? ਦੇਖੋ, ਜਿਹਨੂੰ ਆਪਾਂ ਗੋਦੀ ਮੀਡੀਆ ਕਹਿ ਰਹੇ ਹਾਂ, ਉਹਦੀ ਪ੍ਰੋਬਲਮ ਇਹ ਹੈ ਕਿ ਮੋਸਟਲੀ ਜਿਹੜਾ ਸਟੇਕ ਹੈ ਅੰਬਾਨੀਆਂ ਤੱਕ ਉਹਦਾ ਵਿੱਚ ਹੈਗਾ। ਤੁਸੀਂ ਇਦਾਂ ਦੀ ਕਿਉਂ ਨਹੀਂ ਪਾਲਿਸੀਜ਼ ਗਵਰਨਮੈਂਟ ਨੇ ਬਣਾਈਆਂ ਕਿ ਜਿਹੜੇ ਕਾਰਪੋਰੇਟਸ ਹੈਗੇ ਆ ਉਹ ਇਹਨਾਂ ਦੇ ਵਿੱਚ ਨਾ ਐਂਟਰ ਕਰਨ? ਕਿਉਂਕਿ ਐਂਡ ਆਫ ਦਾ ਡੇ ਜਦੋਂ ਤੁਸੀਂ ਬਿਜ਼ਨਸ ਵੀ ਉਹਨਾਂ ਨੂੰ ਦੇ ਦਿੱਤੇ, ਰਿਸੋਰਸਿਸ ਵੀ ਉਹਨਾਂ ਨੂੰ ਦੇ ਦਿੱਤੇ, ਤੁਹਾਡੇ ਨੈਚੁਰਲ ਰਿਸੋਰਸਿਸ ਉਹਨਾਂ ਕੋਲ ਆ, ਬਿਜ਼ਨਸ ਉਹਨਾਂ ਕੋਲ ਆ, ਜਦੋਂ ਐਕਸਪਲੋਇਟ ਹੋਣਾ ਤੇ ਦੱਸਣਾ ਕਿਵੇਂ ਆ ਜਨਤਾ ਨੂੰ? ਮੀਡੀਆ ਕਿੱਦਾਂ ਦੀ ਤੁਹਾਡੀ ਅੱਖ ਹੁੰਦੀ ਹੈ ਜਿਹੜੀ ਤੁਹਾਨੂੰ ਸਾਰੀ ਨੌਲੇਜ ਪਾਉਂਦੀ ਹੈ, ਦੱਸਦੀ ਹੈ, ਉਹ ਵੀ ਤੁਸੀਂ ਕੰਟਰੋਲ ਉਹਨਾਂ ਤੋਂ ਕਰਾ ਰਹੇ ਹੋ। ਉਹ ਕੰਟਰੋਲ ਹੋਣ ਕਰਕੇ ਉਹ ਜੋ ਵੀ ਹੋ ਕਿ ਗਵਰਨਮੈਂਟ ਦੇ ਐਂਟੀ ਕਦੀ ਬੋਲ ਨਹੀਂ ਸਕਦੇ। ਪਰ ਇੱਕ ਮੇਰੀ ਜੋ ਮੈਂ ਪਰਸਨਲੀ ਫੀਲ ਕੀਤਾ, ਜਦੋਂ ਵੀ ਨੈਸ਼ਨਲ ਮੀਡੀਆ ਜਾਂ ਗੋਦੀ ਮੀਡੀਆ ਜਿਹਨੂੰ ਅਸੀਂ ਕਹਿ ਰਹੇ ਹਾਂ ਅੱਜ, ਇਹਨਾਂ ਨੂੰ ਸਾਨੂੰ ਅਲਾਓ ਕਰ ਦੇਣਾ ਚਾਹੀਦਾ ਸੀਗਾ ਕਿ ਉੱਥੇ ਆਪਣੇ ਮੋਰਚੇ ਦੇ ਵਿੱਚ ਕਵਰ ਕਰਨ ਦੇ ਲਈ। ਬੇਸ਼ੱਕ ਜੇ ਸਾਡੀ ਨੈਗੇਟਿਵ ਖਬਰ ਵੀ ਦਿੰਦੇ ਆ, ਸਾਡੀ ਖਬਰ ਤਾਂ ਚੱਲਦੀ ਹੈ ਨਾ ਜੀ, ਲੋਕਾਂ ਨੂੰ ਅਵੇਅਰਨੈਸ ਤਾਂ ਹੁੰਦੀ ਆ ਕਿ ਉੱਥੇ ਕੁਝ ਹੋ ਰਿਹਾ ਆ। ਉੱਥੇ ਕੀ ਨੈਗੇਟਿਵ ਦੱਸ ਦੇਣਾ ਸੀ ਉਹਨਾਂ ਨੇ? ਇਹੀ ਕਿ ਉੱਥੇ ਇਕੱਠ ਆ। ਅੱਜ ਵੀ ਉਹੀ ਤੁਹਾਨੂੰ ਦੱਸਦਾ, ਵੀ ਤੁਹਾਨੂੰ ਅੱਜ ਵੀ ਉਹ ਕਹਿ ਲਓ ਕਿ ਅੰਦੋਲਨਕਾਰੀ ਹੀ ਦੱਸ ਰਹੇ ਆ ਨਾ, ਇਸ ਤੋਂ ਵੱਧ ਤਾਂ ਕੁਝ ਨਹੀਂ ਦੱਸ ਦੇਣਾ ਸੀ। ਸੋ ਇੱਕ ਨਾ ਇੱਕ ਦਿਨ ਜਦੋਂ ਉਹਨਾਂ ਨੇ ਬਾਰ-ਬਾਰ ਇੱਕ ਨੈਗੇਟਿਵ ਨਿਊਜ਼ ਚਲਾਉਣੀ ਸੀ, ਕਈ ਵਾਰੀ ਨੈਗੇਟਿਵ ਪਬਲਿਸਿਟੀ ਇਜ਼ ਅ ਪੋਜ਼ਿਟਿਵ ਪਬਲਿਸਿਟੀ, ਹੈ ਨਾ, ਉਹ ਕਿਤੇ ਨਾ ਕਿਤੇ ਤੁਹਾਨੂੰ ਉਸ ਲੈਵਲ ਤੇ ਲੈ ਜਾਂਦੀ ਆ। ਹੁੰਦਾ ਕੀ ਆ, ਜਦੋਂ ਆਪਾਂ ਅੱਜ ਤੁਸੀਂ ਦੇਖੋ ਕੁਝ ਪੰਜਾਬੀ ਚੈਨਲਸ ਵੀ ਹੈਗੇ ਆ, ਉਹ ਵੀ ਪ੍ਰੋਪਰ ਬਾਇਸ ਚੱਲਦੇ ਪਏ ਆ ਜੀ। ਉਹਨਾਂ ਦੇ ਵਿੱਚ ਤੇ ਗੋਦੀ ਮੀਡੀਆ 'ਚ ਕੋਈ ਫਰਕ ਨਹੀਂ ਹੈਗਾ। ਉਹ ਵੀ ਕੁਝ ਇੱਕ ਪਰਟੀਕੂਲਰ ਇੱਕ ਕਰੈਕਟਰ ਨੂੰ ਜਾਂ ਇੱਕ ਬੰਦੇ ਨੂੰ ਜਾਂ ਇੱਕੋ ਹੀ ਨਿਊਜ਼ ਨੂੰ ਲੂਪ ਲਾ ਕੇ ਉਹਨੂੰ ਫੇਮਸ ਕਰ ਰਹੇ ਨੇ ਜੀ। ਕਿਉਂਕਿ ਕਹਿ ਲਓ ਕਿ ਹੋ ਸਕਦਾ ਕਿਤੇ ਨਾ ਕਿਤੇ ਕੁਝ ਪਰਸਨਲੀ ਕਿਸੇ ਨੇ ਕੋਈ ਪਰਸਨਲੀ ਚੈਨਲ ਸ਼ੁਰੂ ਕੀਤਾ ਹੋਵੇ, ਉਹਨਾਂ ਨੂੰ ਨੈਸ਼ਨਲ ਮੀਡੀਆ ਤੋਂ ਕੋਈ ਡਰ ਹੋਵੇ, ਉਹਨਾਂ ਨੂੰ ਹੋਵੇ ਕਿ ਮੈਨੂੰ ਇਹਦੇ ਵਿੱਚੋਂ ਕੋਈ ਪੋਜ਼ਿਟਿਵ ਫਾਇਦਾ ਹੋ ਰਿਹਾ ਆ, ਹੋ ਸਕਦਾ ਬਾਈਕਾਟ ਦਾ ਆਈਡੀਆ ਹੀ ਉੱਥੋਂ ਸ਼ੁਰੂ ਹੋਇਆ ਹੋਵੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਜਿਹੜਾ ਗੋਦੀ ਮੀਡੀਆ ਤੁਸੀਂ ਕਹਿ ਰਹੇ, ਇਹਨੂੰ ਅਲਾਓ ਕਰ ਦੇਣਾ ਚਾਹੀਦਾ ਸੀਗਾ ਜੋ ਆਪਣੇ ਇਹਨੂੰ ਕਵਰ ਕਰਨ ਦੇ ਲਈ। ਤੇ ਉਹਨਾਂ ਨੂੰ ਅੱਜ ਨਹੀਂ ਤਾਂ ਕੱਲ ਦੇਖੋ, ਜਦੋਂ ਉਹਨਾਂ ਦੀ ਸਾਰੀ ਗੱਲ ਆਪਣੀ ਕਹਿੰਦੇ TRP ਦੇ ਉੱਤੇ ਹੁੰਦੀ ਹੈ, ਜੇ ਉਹਨਾਂ ਨੂੰ ਅੱਜ ਉਹ ਸਾਨੂੰ ਨੈਗੇਟਿਵ ਕਹਿੰਦੇ, ਕੱਲ ਨੈਗੇਟਿਵ ਕਹਿੰਦੇ, 2 ਦਿਨ 3 ਦਿਨ 4 ਦਿਨ, ਆਪਣੇ ਜਦੋਂ ਲੋਕਾਂ ਨੇ ਇੱਕੋ ਚੀਜ਼ ਨੂੰ ਦੁਬਾਰਾ ਦੇਖਣਾ ਸੀ, TRP ਡਿੱਗ ਜਾਣੀ ਸੀ, ਉਹਨਾਂ ਨੇ ਆਪਣੇ ਵੀ ਬੰਦ ਹੋ ਜਾਣਾ ਸੀਗਾ। ਤੇ ਲੋਕਾਂ ਨੇ ਐਟਲੀਸਟ ਅੱਜ, ਕਿਉਂਕਿ ਜਿਹੜਾ ਦੌਰ ਆ, ਸਾਈਬਰ ਦੌਰ ਆ, ਇੰਟਰਨੈਟ ਦਾ ਦੌਰ ਆ, ਲੋਕਾਂ ਨੇ ਜਦੋਂ ਰਿਸਰਚ ਕਰਨੀ ਸੀ ਤੇ ਉਹਨਾਂ ਨੂੰ ਨਹੀਂ ਪਤਾ ਲੱਗਣਾ ਸੀ ਅਸੀਂ ਕੌਣ ਆ। ਸੋ ਉਹਨਾਂ ਕੋਲ ਇਨਫੋਰਮੇਸ਼ਨ ਆਪਣੇ ਆਪ ਪਹੁੰਚ ਜਾਣੀ ਸੀ। ਸੋ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਉਹਨਾਂ ਦਾ ਰੋਲ ਜਿਹੜਾ ਬਹੁਤ ਹੀ ਨੈਗੇਟਿਵ ਹੈ ਜੀ, ਬਹੁਤ ਨੈਗੇਟਿਵ। ਐਂਡ ਨੈਗੇਟਿਵ ਚੀਜ਼ਾਂ ਵੀ ਕਈ ਵਾਰੀ ਐਕਸੈਪਟ ਕਰਨੀਆਂ ਚਾਹੀਦੀਆਂ। ਤੇ ਪਰ ਕੀ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਹਜੇ ਵੀ ਅਵੇਅਰ ਨਹੀਂ ਆ ਇਹਨਾਂ ਕਾਨੂੰਨਾਂ ਨੂੰ ਲੈ ਕੇ? ਸ਼ਾਇਦ ਜਿਹੜੇ ਉੱਥੇ ਲੋਕ ਅੰਦੋਲਨ 'ਚ ਬੈਠੇ ਵੀ ਨੇ, ਉਹਨਾਂ ਨੂੰ ਕਾਨੂੰਨਾਂ ਬਾਰੇ ਨਹੀਂ ਪਤਾ, ਪਰ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜ਼ਰੂਰ ਪਤਾ ਹੈ ਨਾ। ਤੇ ਕੀ ਲੱਗਦਾ ਹੈ ਕਿ ਜਿਹੜੀ ਹੁਣ ਵੀ ਗੋਦੀ ਮੀਡੀਆ ਦੀ ਵੀ ਅਸੀਂ ਗੱਲ ਕੀਤੀ ਹੈ, ਉਸ ਤੋਂ ਪਹਿਲਾਂ ਵੀ ਇੱਕ ਗੱਲ ਦਾ ਜ਼ਿਕਰ ਹੋਇਆ ਹੈ ਕਿ ਜਿਹੜਾ ਇਹ ਲੈਕ ਆਫ ਕਮਿਊਨੀਕੇਸ਼ਨ ਹੈ, ਇਹ ਸਾਰਾ ਕੁਝ ਹੋ ਰਿਹਾ ਹੈ, ਇੱਕ ਐਜੂਕੇਸ਼ਨ ਦੀ ਕਮੀ ਵੀ ਤਾਂ ਹੈ ਨਾ ਕਿਤੇ ਨਾ ਕਿਤੇ ਇਹ ਚੀਜ਼। ਦੇਖੋ, ਜਿਹੜੇ ਕਾਨੂੰਨ ਹੈ, ਇੱਕ ਕਹਿ ਲਈ ਕਿ ਲੀਗੈਲਿਟੀਜ਼ ਇਹਦੇ ਵਿੱਚ ਹੈਗੀਆਂ, ਉਹ ਆਮ ਬੰਦੇ ਨੂੰ ਨਹੀਂ ਪਤਾ ਜੀ ਹੈਗੀਆਂ। ਬਟ ਜਿੰਨੇ ਉੱਥੇ ਮੋਸਟਲੀ ਲੋਕ ਬੈਠੇ ਨੇ, ਕਿਉਂਕਿ ਜਥੇਬੰਦੀਆਂ ਉਹਨਾਂ ਨੂੰ ਮਾਈਕਰੋ ਲੈਵਲ ਤੇ ਜਾ ਕੇ ਸਮਝਾ ਰਹੀਆਂ, ਦੱਸ ਰਹੀਆਂ, ਪਰ ਇੱਕ ਗੱਲ ਜਿਹੜੇ ਉੱਥੇ ਬੈਠੇ ਉਹਨੂੰ ਇਹ ਪਤਾ ਕਿ ਜਿਹੜੀ ਇਹ ਸਾਡੀ ਲੜਾਈ ਹੈ ਨਾ, ਇਹ ਸਾਡੀ ਫਸਲਾਂ ਦੇ ਨਾਲ ਸਾਡੀ ਨਸਲਾਂ ਦੀ ਵੀ ਹੈਗੀ ਹੈ। ਬਿਲਕੁਲ। ਤੇ ਜਿਹੜੀ ਇਹ ਲੜਾਈ ਹੈ, ਇਹਦੇ ਵਿੱਚ ਇਹ ਕੋਈ ਸਮਝਣ ਦੀ ਲੋੜ ਨਹੀਂ ਹੁੰਦੀ ਜੀ। ਕਈ ਵਾਰੀ ਤੁਹਾਡੀ ਕਹਿ ਲਓ ਕਿ ਜ਼ਮੀਨ ਦੇ ਨਾਲੋਂ ਜਦੋਂ ਤੁਹਾਨੂੰ ਪਤਾ ਲੱਗਦਾ ਆ ਕਿ ਮੇਰੇ ਕੋਲ, ਕਈ ਤੁਸੀਂ ਉੱਥੇ ਬੰਦੇ ਦੇਖੇ ਹੋਣੇ, ਉਹਨਾਂ ਨੇ ਦੇਖਿਆ ਕਾਫੀ ਡਾਇਲੋਗ ਇੱਕ ਫੇਮਸ ਹੋਇਆ ਕਿ ਜੇ ਮੇਰੇ ਕੋਲ ਜ਼ਮੀਨ ਨਹੀਂ ਹੈਗੀ, ਜ਼ਮੀਰ ਤਾਂ ਹੈਗਾ ਜੀ। ਤੇ ਕਈ ਵਾਰੀ ਆਵਾਜ਼ ਉਠਾਉਣ ਦੇ ਲਈ ਤੁਹਾਨੂੰ ਲੋੜ ਨਹੀਂ ਪੈਂਦੀ ਲਾਈਕ ਨੂੰ ਕਿ ਉਹਨੂੰ ਪਤਾ ਕਰਨ ਲਈ ਲਾਈਕ ਨੂੰ, ਕਿਉਂਕਿ ਜਦੋਂ ਇੱਕ ਆਪਾਂ ਸੁਸਾਇਟੀ 'ਚ ਰਹਿੰਦੇ ਆ, ਇੱਕ ਤਬਕੇ ਨਾਲ ਜਦੋਂ ਕੋਈ ਜਾਤੀ ਹੁੰਦੀ ਆ, ਅਸੀਂ ਉਹਨੂੰ ਆ ਕੇ ਇਹ ਨਹੀਂ ਪੁੱਛਦੇ ਕਿ ਤੂੰ ਸਹੀ ਆ ਤੂੰ ਗਲਤ ਆ, ਅਸੀਂ ਉਹਦਾ ਸਾਥ ਦਿੰਦੇ ਆ। ਅੱਜ ਕੱਲ੍ਹ ਜਿਹੜੀ ਸਾਡੀ ਲੜਾਈ ਹੈ, ਇੱਕ ਸੁਸਾਇਟੀ ਦੀ ਲੜਾਈ ਆ ਗਵਰਨਮੈਂਟ ਦੀ, ਜਾਣੀ ਕਿ ਆਪਾਂ ਕਹਿ ਲਈਏ ਕਿ ਡਿਕਟੇਟਰ ਗਵਰਨਮੈਂਟ ਦੇ ਨਾਲ ਜੀ। ਸੋ ਇਸ ਕਰਕੇ ਜਿਹੜੇ ਮੈਜੋਰਟੀ ਆਫ ਲੋਕ ਨਹੀਂ ਵੀ ਸਮਝਦੇ ਹੈਗੇ, ਪਰ ਉਹਨਾਂ ਨੂੰ ਇਹ ਪਤਾ ਕਿ ਨੁਕਸਾਨ ਆ ਜੀ ਸਾਡਾ ਜੀ। ਤੇ ਬਾਈ ਜੀ, ਉੱਥੇ ਨੌਜਵਾਨਾਂ ਤੇ ਵੀ ਬੜੇ ਦੋਸ਼ ਲੱਗੇ ਕਿ ਇਹ ਨਸ਼ੇ ਕਰਦੇ ਨੇ, ਇਹ ਸ਼ਰਾਬ ਪੀਂਦੇ ਨੇ, ਇਹ ਸਮੈਕ ਪੀਂਦੇ ਨੇ, ਕਈ ਤਰ੍ਹਾਂ ਦੇ ਦੋਸ਼ ਲੱਗੇ ਆਪਣੇ ਪੰਜਾਬੀ ਨੌਜਵਾਨਾਂ ਦੇ ਉੱਪਰ। ਦੋਸ਼ ਲੱਗੇ ਆ, ਬਟ ਦੇਖੋ ਗੱਲ ਇੱਦਾਂ ਹੈ ਕਿ ਜੇ ਤੁਸੀਂ ਮੱਕੀ ਦੀ ਰੋਟੀ 'ਚ ਘਿਓ ਪੈਂਦਾ ਦਿਖ ਰਿਹਾ ਤੁਹਾਨੂੰ, ਗੰਨੇ ਦਾ ਰੋਹ ਜਾਂ ਰਸ ਉੱਥੇ ਦਿਖਦੀ ਪਈ ਆ, ਠੀਕ ਹੈ ਜੀ, ਕਿ ਤੁਹਾਨੂੰ ਕੋਈ ਇੱਕ ਫੋਟੋ ਵੀਡੀਓ ਵੀ ਨਹੀਂ ਆਈ ਹੋਊਗੀ ਜਿੱਦਾਂ ਦਾ ਕੁਝ ਹੋਇਆ ਹੋਵੇ।
ਕਿ ਇੰਨੇ ਕੈਮਰੇ ਆ ਉੱਥੇ, ਲੱਖਾਂ ਲੋਕੀ ਬੈਠੇ, ਹਰ ਬੰਦੇ ਜੇਬ 'ਚ 2 ਫੋਨ ਆ। ਜੇ 100 ਬੰਦਾ ਬੈਠਾ 200 ਤਾਂ ਕੈਮਰੇ ਆ ਜੀ ਉੱਥੇ। ਇਹ ਦੋਸ਼ ਲਾਉਣੇ ਤੇ ਰਿਐਲਿਟੀਆਂ 'ਚ ਬਹੁਤ ਫਰਕ ਹੁੰਦਾ ਹੈ ਜੀ। ਤੇ ਜੇ ਕੁਝ ਹੁੰਦਾ ਤੇ ਹੁਣ ਨੂੰ ਕਿਤੇ ਨਾ ਕਿਤੇ ਦਾ ਧੂੰਆਂ ਨਿਕਲਿਆ ਹੋਣਾ ਸੀ ਤੇ ਉੱਥੇ ਅੱਗ ਵੀ ਹੋਣੀ ਸੀ ਜੀ ਕਿਤੇ। ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹਾਂ ਅਸੀਂ ਕਿ ਪਿੱਛੇ ਜੇ ਦੇਖਿਆ ਵੀ ਤੁਸੀਂ ਵੀ ਕਾਫੀ ਇਹਦੇ ਵਿੱਚ ਸਰਗਰਮ ਰਹੇ ਹੋ ਹੈ ਨਾ ਪੰਜਾਬੀ ਬੋਲੀ ਨੂੰ ਲੈ ਕੇ। ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਕਿ ਬਹੁਤ ਸਾਰੇ ਨੌਜਵਾਨ, ਬਹੁਤ ਸਾਰੇ ਕਿ ਤਕਰੀਬਨ ਮੈਨੂੰ ਲੱਗਦਾ ਹੈ ਕਿ ਇਸ ਵੇਲੇ 60% ਨੌਜਵਾਨ ਜਿਹੜੇ ਨੇ ਉਹ ਸਟੱਡੀ ਤੋਂ ਬਾਅਦ ਬਾਹਰ ਦਾ ਰੁੱਖ ਕਰ ਰਹੇ ਨੇ। ਉਹਦਾ ਕੀ ਕਾਰਨ ਹੈ? ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਬੋਲੀ ਭੁਲਾਈ ਜਾ ਰਹੀ ਹੈ, ਉਸਨੂੰ ਦੁਬਾਰਾ ਤੋਂ ਲੋਕਾਂ ਦੇ ਵਿੱਚ ਅਵੇਅਰਨੈਸ ਫੈਲਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ, ਅਲੱਗ-ਅਲੱਗ ਹਾਂਜੀ ਸੰਸਥਾਵਾਂ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ। ਤੇ ਉਸ ਦੇ ਬਾਰੇ ਕੀ ਕਹਿੰਦੇ ਹੋ? ਦੇਖੋ ਜੀ, ਉਹਦੇ ਵਿੱਚ ਸਭ ਤੋਂ ਵੱਡਾ ਕਸੂਰ ਸਾਡੇ ਐਜੂਕੇਸ਼ਨ ਸਿਸਟਮ ਦਾ ਹੈ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਜਿਹੜੀ ਐਜੂਕੇਸ਼ਨ ਸਿਸਟਮ ਹੁੰਦਾ ਨਾ ਜੀ, ਇਹ ਸਟੇਟ ਤੇ ਸੈਂਟਰ ਦਾ ਮਿਊਚੁਅਲ ਅਫੇਅਰ ਹੁੰਦਾ। ਇਹਦੇ ਵਿੱਚ 50% ਸਟੇਟ ਨੇ ਦੱਸਣਾ ਹੁੰਦਾ ਕਿ ਸਾਡੇ ਬੱਚਿਆਂ ਨੂੰ ਕੀ ਪੜ੍ਹਾਇਆ ਜਾਵੇ, 50% ਸੈਂਟਰ ਨੇ ਦੱਸਣਾ ਹੁੰਦਾ ਹੈ ਜੀ। ਤੁਸੀਂ ਅੱਜ ਤੱਕ ਦੱਸੋ ਕਿ ਪੰਜਾਬ ਦੇ ਕਿਹੜੇ ਐਜੂਕੇਸ਼ਨ ਮਿਨਿਸਟਰ ਨੇ ਇਹ ਆਵਾਜ਼ ਕਦੀ ਮੁੱਦਾ ਚੱਕਿਆ ਹੋਵੇ? ਸਾਨੂੰ ਦੇਖੋ, ਅਸੀਂ ਹਿਸਟਰੀ ਦੀਆਂ ਜੇ ਕਿਤਾਬਾਂ ਚੱਕ ਲੈਂਦੇ ਹਾਂ, CBSE ਦੀ ਚੱਕ ਲਓ, ਪੰਜਾਬ ਬੋਰਡ ਜਾਂ ICSE ਕੋਈ ਵੀ ਚੱਕ ਲਓ, ਉਹਨਾਂ ਵਿੱਚ ਤੁਹਾਨੂੰ ਏਸ਼ੀਅਨ, ਮਿਡੀਏਵਲ ਐਂਡ ਮਾਡਰਨ ਹਿਸਟਰੀ ਪੜ੍ਹਾਈ ਜਾਂਦੀ ਹੈ ਜੀ। ਉਹਨਾਂ ਦੇ ਵਿੱਚ ਤੁਹਾਨੂੰ ਚੰਦਰਗੁਪਤ ਮੌਰਿਆ ਹੋ ਗਿਆ, ਤੁਹਾਨੂੰ ਉਹਦੇ ਬਾਅਦ ਤੁਸੀਂ ਲਾ ਲਓ ਗੁਪਤਾ ਡਾਇਨੈਸਟੀ ਹੋ ਗਈ ਜੀ, ਜਾਂ ਮੋਹਿੰਜੋਦਾਰੋ ਹੜੱਪਾ ਹੋ ਗਿਆ, ਜਾਣੀ ਕਿ ਜੋ ਵੀ ਪਿੱਛੇ ਸਾਰਾ ਕੁਝ ਪੜ੍ਹਾਇਆ ਜਾਂਦਾ ਹੈ। ਪਰ ਕੀ ਸਾਡੀਆਂ ਕਿਤਾਬਾਂ 'ਚ ਦੱਸਿਆ ਗਿਆ ਸੀ ਕਿ ਜਿਹੜੀ ਵਰਲਡ ਦੀ ਸਭ ਤੋਂ ਪੁਰਾਣੀ ਸੱਭਿਅਤਾ ਆ, ਇੰਡਸ ਵੈਲੀ ਸਿਵਿਲਾਈਜੇਸ਼ਨ ਆ ਜਿਹੜੀ, ਉਹਦਾ ਜਿਹੜਾ ਜਾਣੀ ਕਿ ਸ਼ੁਰੂਆਤ ਜਿਹੜੀ ਉਹ ਰੋਪੜ ਤੋਂ ਹੋਈ ਸੀ, ਰੂਪਨਗਰ ਤੋਂ। ਉੱਥੇ ਮਿਊਜ਼ੀਅਮ ਆ। ਬੱਚਿਆਂ ਨੂੰ ਕਦੀ ਅੱਜ ਤੱਕ ਪੰਜਾਬ ਦਾ ਕਿਹੜਾ ਸਕੂਲ ਉੱਥੇ ਲੈ ਕੇ ਗਿਆ ਹੋਊਗਾ? ਤੁਹਾਨੂੰ ਚੰਦਰਗੁਪਤ ਮੌਰਿਆ, ਅਸ਼ੋਕਾ ਬਾਰੇ ਦੱਸਿਆ ਗਿਆ ਜੀ, ਪਰ ਤੁਹਾਨੂੰ ਕਦੀ ਸਕੂਲ ਦੀ ਕਿਹੜੀ ਕਿਤਾਬ ਦੱਸਿਆ ਗਿਆ ਕਿ ਪਿਛਲੇ 5000 ਸਾਲਾਂ ਦੇ ਵਿੱਚ ਅੱਜ ਤੱਕ ਕਾਬਲ ਕੰਧਾਰ ਕਦੀ ਫਤਿਹ ਨਹੀਂ ਹੋਇਆ? ਠੀਕ ਹੈ ਜੀ। ਉਹਦੇ ਬਾਅਦ ਤੁਸੀਂ ਦੱਸੋ ਸਰਦਾਰ ਹਰੀ ਸਿੰਘ ਨਲੂਆ ਨੇ ਫਤਿਹ ਕੀਤਾ ਸੀਗਾ ਜੀ। ਤੁਹਾਨੂੰ ਜੇ ਤੁਸੀਂ ਅੱਜ ਗੂਗਲ ਕਰੋ, ਤੁਹਾਨੂੰ ਪੋਲੀਟੀਕਲ ਸਾਇੰਸ ਦੇ ਵਿੱਚ ਕਦੋਂ ਕਿੱਥੇ ਦੱਸਿਆ ਜਾਂਦਾ ਹੈ ਕਿ ਜਿਹੜੀ ਸਭ ਤੋਂ ਜਿਹੜਾ ਸੈਕੂਲਰ ਅੱਜ ਤੱਕ ਦਾ ਜਿਹੜਾ ਰਾਜ ਹੋਇਆ ਆ ਉਹ ਮਹਾਰਾਜਾ ਰਣਜੀਤ ਸਿੰਘ ਦਾ ਹੋਇਆ ਆ? ਸਾਨੂੰ ਇਹ ਚੀਜ਼ਾਂ ਕਿਉਂ ਨਹੀਂ ਪੜ੍ਹਾਈਆਂ ਜਾਂਦੀਆਂ? ਸੋ ਇਸ ਲਈ ਸਾਡੀ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਉਹ ਕਿਉਂ ਨਹੀਂ ਇਹ ਮੁੱਦੇ ਚੱਕਦੀ? ਤੇ ਸੋ ਇਸ ਕਰਕੇ ਇਹਦਾ ਜਿਹੜਾ ਈਵਨ ਜੇ ਆਪਾਂ ਪੰਜਾਬੀ ਦੀ ਕੋਈ ਵੀ ਗੱਲ ਕਰਦੇ ਹਾਂ, ਦੇਖੋ ਐਜੂਕੇਸ਼ਨ ਸਿਸਟਮ ਜਿੰਨਾ ਇੱਕ ਸੈਟਅਪ ਨਹੀਂ ਹੁੰਦਾ, ਸਾਡੇ ਲੋਕਾਂ ਨੂੰ ਐਕਚੁਅਲੀ ਇੱਕ ਨਾ ਹੋਰ ਚੀਜ਼ ਹੁੰਦੀ ਆ ਕਿ ਜਦੋਂ ਤੁਸੀਂ 300 ਸਾਲ ਗੁਲਾਮ ਹੋ ਜਾਂਦੇ ਆ ਨਾ ਜੀ, ਤੁਹਾਨੂੰ ਹਮੇਸ਼ਾ ਆਪਣੇ ਰੂਲਰਸ ਦੀ ਜਿਹੜੀ ਲੈਂਗੁਏਜ ਆ ਉਹ ਵਧੀਆ ਲੱਗਣ ਲੱਗ ਪੈਂਦੀ ਹੈ। ਉਹਦਾ ਕਾਰਨ ਕੀ ਹੁੰਦਾ ਆ? ਕਾਰਨ ਇਹ ਹੁੰਦਾ ਕਿ ਜਦੋਂ ਤੁਹਾਡਾ ਰੂਲ ਕਰਨਾ, ਤੁਹਾਨੂੰ ਸਭ ਤੋਂ ਪਹਿਲਾਂ 2 ਚੀਜ਼ਾਂ 'ਚ ਮਾਰਿਆ ਜਾਂਦਾ ਹੈ। ਤੁਹਾਡੀ ਜੜ੍ਹਾਂ ਪੱਟੀਆਂ ਜਾਂਦੀਆਂ ਹੈ, ਤੁਹਾਡੇ ਕਲਚਰ ਨੂੰ, ਤੁਹਾਡੀ ਲੈਂਗੁਏਜ ਨੂੰ ਇਨਫੀਰੀਅਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੀ। ਅੱਜ ਬੱਚਾ ਜੇ ਕੋਈ ਪੰਜਾਬੀ ਬੋਲਦਾ ਆ ਤੇ ਉਹਨੂੰ ਇਸ ਕਰਕੇ ਉਹਦੇ ਕਈ ਵਾਰੀ ਪੇਰੈਂਟਸ ਟੋਕ ਦਿੰਦੇ ਕਿ ਯਾਰ ਇਹ ਨਾ ਗੱਲ ਲੈਂਗੁਏਜ ਸਿਵਿਲਾਈਜ਼ਡ ਨਹੀਂ ਹੈਗੀ। ਤੇ ਜੇ ਉਹਨਾਂ ਨੂੰ ਆਪਣੀ ਮਾਂ ਬੋਲੀ ਸਿਵਿਲਾਈਜ਼ਡ ਨਹੀਂ ਲੱਗਦੀ ਤੇ ਇਹਦਾ ਕਾਰਨ ਕੀ ਹੈ ਕਿ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਮਾਨਸਿਕਤਾ ਉਹ ਗੁਲਾਮੀ ਦੀ ਹੈ ਜੀ। ਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਮਾਨਸਿਕਤਾ ਜਿਹੜੀ ਉਹ ਬਦਲਣੀ ਪੈਣੀ ਆ, ਆਪਣੀ ਜਿਹੜੀ ਮਾਈਂਡ ਸੈਟ ਚੇਂਜ ਕਰਨਾ ਪੈਣਾ। ਬਿਲਕੁਲ। ਤੇ ਬਾਕੀ ਚੀਜ਼ਾਂ ਦਾ ਸਭ ਤੋਂ ਵੱਡਾ ਇਹਦਾ ਮੈਂ ਜ਼ਿੰਮੇਵਾਰ ਸਾਡਾ ਐਜੂਕੇਸ਼ਨ ਸਿਸਟਮ ਨੂੰ ਕਹੂੰਗਾ। ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਫਾਈਨ ਲੱਗਦੇ ਪਏ ਆ। ਬਹੁਤ ਸ਼ਰਮ ਵਾਲੀ ਗੱਲ ਹੈ ਜੀ ਸਾਡੇ ਲਈ। ਜੀ ਜੀ ਜਸਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ ਦਾ ਔਰ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਦਾ। ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੀ ਹਜੇ ਹੋਰ ਵੀ ਅਸੀਂ ਕਰਨਾ ਚਾਹੁੰਦੇ ਆ, ਪਰ ਸਮਾਂ ਜਿਹੜਾ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਇਸ ਕਰਕੇ ਅੱਜ ਦੇ ਲਈ ਤਾਂ ਬਸ ਇੰਨਾ ਹੀ ਹੈ। ਅੱਗੇ ਫਿਰ ਮੌਕਾ ਮਿਲੇ ਤਾਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਦੇ ਨਾਲ ਹੀ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਵੇਗੀ ਮੇਰੇ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮੰਡ ਜੀ ਦੇ ਨਾਲ। ਤੇ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਤਦ ਤੱਕ ਦੇ ਲਈ ਪ੍ਰੋਗਰਾਮ ਸਾਡਾ ਤੁਸੀਂ ਦੇਖਦੇ ਰਹੋ। ਸਾਡੇ ਦੋਹਾਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ TV।